मसीह यीशु के बाबरकत और कादर नाम में आप तमाम बहनों, भाइयों, बच्चों और बुजुर्गों की सलामती हो। आज की इस वक्त में हम खुदा का शुक्र अदा करते हैं कि ज़बूर ज़ोन की हमारी जो टीम है वो आज फिर आपके सामने एक वीक के बाद हम लोग जमा हुए हैं ताकि हम आपके सामने ज़बूर 27 उसको खुदा के लोगों के साथ मिलकर पेश कर सके। चूंकि ये पंजाबी ज़बूरों का कॉन्टेक्स्ट है, मैं भूल गया था, सो आई एम स्विचिंग नाउ पंजाबी। सो जी मसीह यसू ਦੇ ਨਾਮ ਤੁਹਾਡੇ ਸਾਰੇ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਦੀ ਸਲਾਮਤੀ ਹੋਏ। ਅੱਜ ਫਿਰ ਦੁਬਾਰਾ ਸਾਡੀ ਜ਼ਬੂਰ ਜ਼ੋਨ ਦੀ ਟੀਮ ਜਿਹੜੀ ਹੈ ਉਹ ਅਸੀਂ ਤੁਹਾਡੇ ਨਾਲ ਮਿਲੇ ਆ ਤਾਂ ਕਿ ਅਸੀਂ ਅੱਜ ਦਾਊਦ ਦੇ ਜ਼ਬੂਰਾਂ ਵਿੱਚੋਂ ਜ਼ਬੂਰ ਨੰਬਰ 27 ਤੇ ਗੌਰ ਫਿਕਰ ਕਰ ਸਕੀਏ। ਸੋ ਅੱਜ ਜਿਹੜੇ ਸਾਡੇ ਹੋਸਟ ਹੈ ਐਂਜਲ, ਉਹ ਤੁਹਾਡੇ ਨਾਲ ਨਹੀਂ ਹੈ ਕਿਉਂਕਿ ਉਹਨਾਂ ਦੇ ਡੈਡੀ ਜਿਹੜੇ ਸਾਡੇ ਐਲਡਰ ਸਾਹਿਬ ਨੇ ਮੈਥਿਊ ਫੋਕਰ ਸਾਹਿਬ, ਉਹਨਾਂ ਦੀ ਅੱਜ ਬਰਥਡੇ ਹੈ। ਸੋ ਇਸ ਲਈ ਅੱਜ ਤੁਹਾਨੂੰ ਸਾਡੇ ਚਿਹਰੇ ਵੇਖਣੇ ਪੈਣਗੇ। ਸੋ ਇਸ ਲਈ ਆਇਓ ਅਸੀਂ ਦੁਆ ਕਰੀਏ ਤਾਂ ਕਿ ਅਸੀਂ ਖੁਦਾ ਦੇ ਪ੍ਰੋਗਰਾਮ ਨੂੰ ਔਰ ਅੱਜ ਦੇ ਇਸ ਡਿਵੋਸ਼ਨ ਨੂੰ ਔਰ ਖੁਦਾ ਦੇ ਰੂਹ ਨੂੰ ਇਨਵਾਈਟ ਕਰੀਏ ਕਿ ਉਹ ਸਾਡੇ ਨਾਲ ਰਲੇ ਔਰ ਸਾਡੀ ਰਹਿਨੁਮਾਈ ਕਰੇ। ਮੈਂ ਅੰਕਲ ਜੋਸ਼ੂਆ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਅੱਜ ਦੇ ਪ੍ਰੋਗਰਾਮ ਲਈ, ਅੱਜ ਦੇ ਇਸ ਡਿਵੋਸ਼ਨ ਲਈ ਦੁਆ ਚ ਰਹਿਨੁਮਾਈ ਕਰਨ। ਆਪਣਾ ਮਾਈਕ ਖੋਲ ਲਓ ਅੰਕਲ ਜੀ। आओ ਅਸੀਂ ਸਾਰੇ ਮਿਲ ਕੇ ਖੁਦਾ ਦੀ ਹਜ਼ੂਰੀ ਤੇ ਵਿੱਚ ਚਲੀਏ ਤੇ ਖੁਦਾ ਦਾ ਸ਼ੁਕਰ ਅਦਾ ਕਰੀਏ ਉਹਦੀ ਦਿੱਤੀ ਜ਼ਿੰਦਗੀ ਤੇ ਉਸ ਦੀਆਂ ਨਿਮਤਾਂ ਤੇ ਬਰਕਤਾਂ ਲਈ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਅੱਜ ਦੇ ਇਸ ਸਮੇਂ ਦੇ ਲਈ ਜੋ ਸਾਡੀ ਜ਼ਿੰਦਗੀ 'ਚ ਸਾਨੂੰ ਦਿੱਤਾ। ਅੱਜ ਕਿ ਅਸੀਂ 27 ਜ਼ਬੂਰ ਨੂੰ ਖੁਦਾਵੰਦ ਪੜ੍ਹ ਰਹੇ ਹਾਂ ਔਰ ਉਸ ਦੇ ਉੱਤੇ ਤੇਰਾ ਖਾਦਮ ਖੁਦਾਵੰਦ ਜੋ ਕੁਝ ਵੀ ਸਾਨੂੰ ਸਭ ਨੂੰ ਉਹ ਸਿਖਾਉਂਦਾ ਹੈ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਣ ਵਾਲੇ ਹੋਈਏ। ਤੇ ਹੁਣ ਦੇ ਖੁਦਾਵੰਦ ਉਸੇ ਤੇਰੀ ਆਸ਼ੀਸ਼ ਤੇ ਬਰਕਤ ਹੋਵੇ। ਸੁਣਨ ਸੁਣਾਉਣ ਵਾਲਿਆਂ ਨੂੰ ਖੁਦਾਵੰਦ ਤੂੰ ਉਹਨਾਂ ਦੇ ਵੀ ਨਾਲ ਹੋ, ਉਹਨਾਂ ਨੂੰ ਵੀ ਬਰਕਤ ਦੇ। ਇਹ ਸਭ ਕੁਝ ਮੰਗਦੇ ਤੇਰੇ ਬੇਟੇ ਆਪਣੇ ਨਜਾਤ ਦੇਹਿੰਦਾ ਯਿਸੂ ਨਾਸਰੀ ਦੇ ਜਲਾਲੀ ਦੇ ਪਵਿੱਤਰ ਨਾਮ ਚ ਸੁਣ ਤੇ ਕਬੂਲ ਕਰ ਲੈ। ਆਮੀਨ ਆਮੀਨ। ਬਹੁਤ ਸ਼ੁਕਰੀਆ, ਥੈਂਕ ਯੂ ਅੰਕਲ ਜੀ। ਅਸੀਂ ਚਾਹਾਂਗੇ ਸਾਡੇ ਨਾਲ ਕਾਸ਼ਿਫ ਚੌਹਾਨ ਸਾਹਿਬ ਮੌਜੂਦ ਨੇ ਔਰ ਤੁਹਾਨੂੰ ਪਤਾ ਵੇ ਕਿ ਚੌਹਾਨ ਸਾਹਿਬ ਜਿਹੜੇ ਨੇ ਉਹ ਸਾਨੂੰ ਜੁਆਇਨ ਕਰਦੇ ਨੇ ਇੰਗਲੈਂਡ ਤੋਂ 7 ਸਵੇਰੇ। ਮਤਲਬ ਸਾਡੇ ਕੋਲ ਇੱਥੇ ਸਦਰਨ ਕੈਲੀਫੋਰਨੀਆ ਦੇ ਵਿੱਚ ਟਾਈਮ ਹੁੰਦਾ ਰਾਤ ਦੇ 8:30 9 ਵਜੇ ਹੁੰਦੇ ਨੇ ਤੇ ਚੌਹਾਨ ਸਾਹਿਬ ਦੇ ਕੋਲ ਸਵੇਰ ਦੇ 5 ਜਾਂ 3:30 4 ਵਜੇ ਹੁੰਦੇ ਨੇ। तो ਅਸੀਂ ਸ਼ੁਕਰਗੁਜ਼ਾਰ ਹਾਂ ਚੌਹਾਨ ਸਾਹਿਬ ਦੀ ਕਮਿਟਮੈਂਟ ਦੇ, ਉਹਨਾਂ ਦੀ ਮੁਹੱਬਤ ਦੇ, ਉਹਨਾਂ ਦੇ ਗਿਫਟ ਲਈ ਕਿ ਉਹ ਸਵੇਰੇ ਸਵੇਰੇ ਉੱਠ ਕੇ ਸਾਡੇ ਨਾਲ ਪੰਜਾਬੀ ਜ਼ਬੂਰ ਜਿਹੜੇ ਟ੍ਰੈਡੀਸ਼ਨਲ ਧੁਨਾਂ ਨੇ ਉਹ ਸਾਡੇ ਨਾਲ ਸ਼ੇਅਰ ਕਰਦੇ ਨੇ। ਚੌਹਾਨ ਸਾਹਿਬ ਅੱਜ ਅਸੀਂ ਜ਼ਬੂਰ 27 ਦਾ ਤੁਹਾਨੂੰ ਦੱਸੋ ਕਿ ਇਹਦੇ ਕਿੰਨੇ ਪਾਰਟ ਨੇ ਔਰ ਅਸੀਂ ਅੱਜ ਕਿਹੜਾ ਜ਼ਬੂਰ ਸਿੱਖਾਂਗੇ ਤੁਹਾਡੇ ਵਸੀਲੇ ਜੀ। ਜੈ ਮਸੀਹ ਦੀ ਸਾਰਿਆਂ ਨੂੰ। ਥੈਂਕ ਯੂ ਐਰਿਕ ਭਾਈ। ਜੈ ਮਸੀਹ ਦੀ। ਜ਼ਬੂਰ 27 ਦੇ ਟੋਟਲ 3 ਹਿੱਸੇ ਨੇ ਪੰਜਾਬੀ ਜ਼ਬੂਰ ਦੇਸੀ ਰਾਗਾਂ ਵਿੱਚ। ਉਸ ਕਿਤਾਬ ਦੇ ਅੰਦਰ 3 ਹਿੱਸੇ ਨੇ। ਪਹਿਲਾ ਹਿੱਸਾ ਜਿਹੜਾ ਹੈ ਉਹ ਹੈ ਡਰ ਮੈਨੂੰ ਕਿਸ ਦਾ, ਜੋ ਮਾਲਿਕ ਖੁਦਾ। ਦੂਸਰਾ ਹਿੱਸਾ ਜਿਹੜਾ ਹੈਗਾ ਉਹ ਹੈ ਰੱਬ ਅੱਗੇ ਕੀਤਾ ਇੱਕ ਸਵਾਲ ਤੇ ਇਹ ਮੰਗਦਾ ਹਾਂ। ਤੇ ਤੀਸਰਾ ਹਿੱਸਾ ਜਿਹੜਾ ਹੈ ਮੈਂ ਉੱਚੀ ਦਿੱਤੀ ਯਾ ਰੱਬਾ, ਪੁਕਾਰਾਂਗਾ ਜਦੋਂ ਤੈਨੂੰ। ਇਹਦੇ ਅੱਜ ਮੈਂ ਪਹਿਲੇ ਤੇ ਤੀਸਰੇ ਹਿੱਸੇ ਨੂੰ ਗਾ ਕੇ ਤੇ ਤੁਹਾਡੇ ਸਾਹਮਣੇ ਸੁਣਾਵਾਂਗਾ। ਜਦੋਂ ਦੂਜਾ ਹਿੱਸਾ ਜਿਹੜਾ ਉਹ ਜਦੋਂ ਤਿਆਰ ਹੋਏਗਾ ਫਿਰ ਉਹਦੀ ਕਿਸੇ ਹੋਰ ਟਾਈਮ ਤੇ ਵੀਡੀਓ ਸ਼ੇਅਰ ਕਰਾਂਗਾ ਮੈਂ। ਤੇ ਪਹਿਲਾ ਹਿੱਸਾ ਉਹਦੀ ਧੁਨ ਮੈਂ ਬੜੀ ਖੂਬਸੂਰਤ ਧੁਨ ਹੈ ਡਰ ਮੈਨੂੰ ਕਿਸ ਦਾ ਜੋ ਮਾਲਿਕ ਖੁਦਾ, ਖਲਾਸੀ ਹੈ ਮੇਰੀ ਤੇ ਚਟਾਨ ਸਦਾ। ਹੈ ਡਰ ਮੈਨੂੰ ਕਿਸ ਦਾ ਜੋ ਮਾਲਿਕ ਖੁਦਾ, ਖਲਾਸੀ ਹੈ ਮੇਰੀ ਤੇ ਚਟਾਨ ਸਦਾ। खुदा है मेरी जिंदगी दी चट्टान, मैं क्यों खौफ खाते होवां हैरान। है डर मैनू किस दा जो मालिक खुदा, खलासी है मेरी ते चट्टान सदा। जदों मेरे दुश्मन ते वैरी बदकार, मेरे उत्ते चढ़ आए मार के ललकार। है डर मैनू किस दा जो मालिक खुदा, खलासी है मेरी ते चट्टान सदा। मेरे उत्ते एक फौज भी, मेरे उत्ते एक फौज आवे जो चढ़, ना तां भी मेरे दिल नू होवेगा डर। है डर मैनू किस दा जो मालिक खुदा, खलासी है मेरी ते चट्टान सदा। आमीन। वंडरफुल जी, थैंक यू वेरी मच जी।
ਚੌਹਾਨ ਸਾਹਿਬ। ਔਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵੇ ਕਿ ਸਾਡੇ ਜਿਹੜੀ ਰਿਸੋਰਸ ਬੁੱਕ ਹੈ ਜ਼ਬੂਰਾਂ ਦੀ ਓਰੀਜਨਲ ਧੁਨਾਂ ਲਈ, ਉਹ ਵੇ 1908 ਦਾ ਵਰਜਨ ਜਿਹੜਾ ਵੇ ਸਾਡੇ ਕੋਲ। ਸੋ ਇਸ ਲਈ ਅਸੀਂ ਤੁਹਾਨੂੰ ਦਾਵਤ ਦਿੰਦੇ ਹਾਂ ਕਿ ਤੁਸੀਂ ਜਦੋਂ ਜ਼ਬੂਰ ਸੁਣਦੇ ਹੋ ਔਰ ਜਦੋਂ ਸਾਡੇ ਨਾਲ ਰਲਦੇ ਹੋ, ਨਾ ਸਿਰਫ ਇਹਨੂੰ ਸ਼ੇਅਰ ਕਰੋ, ਬਲਕਿ ਮੈਂ ਦਰਖਾਸਤ ਕਰਾਂਗਾ ਜਿਹਨੇ ਸਾਡੇ ਦੋਸਤ ਸਾਡੇ ਨਾਲ ਰਲੇ ਵੇਖਣ ਦੇ ਜੁੜੇ ਹੋਏ ਨੇ, ਆਪਣੇ ਆਪਣੇ ਫੋਨ ਤੇ ਆਪਣੇ ਆਪਣੇ ਲੈਪਟਾਪ ਤੇ ਜਿੱਥੇ ਜਿੱਥੇ ਵੇਖਣ ਦੇ ਹੋ ਜਾਓ, ਉੱਤੇ ਸ਼ੇਅਰ ਦਾ ਬਟਨ ਹੈ, ਆਪਣੇ ਪੇਜ ਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਵਸੀਲੇ ਹੋਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵੀ ਖੁਦਾ ਦੇ ਕਲਾਮ ਨੂੰ ਔਰ ਜ਼ਬੂਰ ਨੂੰ ਸੁਣ ਸਕਣ। ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜੇ ਜ਼ਬੂਰਾਂ ਦੀਆਂ ਟ੍ਰੈਡੀਸ਼ਨਲ ਨਾ ਸਿਰਫ ਓਰੀਜਨਲ ਧੁਨਾਂ ਨੇ ਉਹਨਾਂ ਨੂੰ ਤੁਹਾਡੇ ਨਾਲ ਸ਼ੇਅਰ ਕਰੀ, ਜਿਹੜੀਆਂ ਮਤਰੂਕ ਹੋ ਗਈਆਂ ਨੇ, ਭੁੱਲ ਗਏ ਨੇ ਲੋਕੀ ਔਰ ਕਿਤਾਬਾਂ ਛਾਪਦੇ ਨਹੀਂ ਨੇ, ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਕਿ ਤੁਸੀਂ ਉਹਨਾਂ ਨੂੰ ਗਾ ਸਕੋ। ਔਰ ਚੌਹਾਨ ਸਾਹਿਬ ਬੜੀ ਮਿਹਨਤ ਕਰਕੇ ਆਪਣਾ ਟਾਈਮ ਸਪੈਂਡ ਕਰਕੇ ਉਹਨਾਂ ਦੀ ਓਰੀਜਨਲ ਧੁਨਾਂ ਨੂੰ ਉਹ ਲੱਭਦੇ ਨੇ, ਤਿਆਰ ਕਰਦੇ, ਸਾਡੇ ਨਾਲ ਸ਼ੇਅਰ ਕਰਦੇ ਨੇ। ਸੋ ਫੀਲ ਫ੍ਰੀ ਐਂਡ ਬੀ ਬਲੈਸਡ। ਹੁਣ ਅਸੀਂ ਚੱਲਾਂਗੇ ਜੀ ਜ਼ਬੂਰ ਨੰਬਰ 27 ਦੀ ਤਲਾਵਤ ਲਈ। ਜ਼ਬੂਰ ਨੰਬਰ 27 ਦੀ ਤਲਾਵਤ ਲਈ ਕਿਉਂਕਿ ਅਸੀਂ ਪੰਜਾਬੀ ਚ ਪੜ੍ਹਨੇ ਆ ਔਰ ਪੰਜਾਬੀ ਸਾਡੇ ਕੋਲ ਸਾਡੇ ਦੋ ਬੜੇ ਖੂਬਸੂਰਤ ਜਿਨ੍ਹਾਂ ਦਾ ਆਪਣਾ ਲਬੋ ਲਹਿਜਾ ਵੇ ਠੇਠ ਪੰਜਾਬੀ ਵਾਲਾ, ਅੰਕਲ ਜੋਸ਼ਵਾ ਮਸੀਹ ਤੇ ਸਿਸਟਰ ਜੋਤੀ। ਜਿੰਨੇ ਲੋਕ ਸਾਡੇ ਪਾਕਿਸਤਾਨ ਤੋਂ ਨਾ, ਅਸੀਂ ਬੋਲਨੇ ਆ ਰਲੀ ਮਿਲੀ ਪੰਜਾਬੀ, ਸਾਡੀ ਪੰਜਾਬੀ ਥੋੜੀ ਜਿਹੀ ਮਿਕਸ ਹੈ, ਲੇਕਿਨ ਜਿਹੜੀ ਪੰਜਾਬੀ ਬੋਲਦੇ ਨੇ ਨਾ ਅੰਕਲ ਜੋਸ਼ਵਾ ਤੇ ਸਿਸਟਰ ਜੋਤੀ, ਬੜੀ ਠੇਠ ਪੰਜਾਬੀ ਹੈ ਤੇ ਕਈ ਵਾਰੀ ਸਾਨੂੰ ਵੀ ਸਮਝ ਨਹੀਂ ਆਉਂਦੀ ਕਿਹੜਾ ਲਫ਼ਜ਼ ਇੱਥੇ ਬੋਲਣਾ, ਲੇਕਿਨ ਜਿਹਨਾਂ ਦਾ ਚਸ ਬੜਾ ਹੁੰਦਾ ਜਦੋਂ ਪੰਜਾਬੀ ਅਸੀਂ ਸੁਣਦੇ ਆ ਔਰ ਖੁਦਾ ਦਾ ਕਲਾਮ ਜਦੋਂ ਇਸ ਪੋਇਟਰੀ ਸੁਣੀਦਾ ਫਿਰ ਤੇ ਹੋਰ ਕੀ ਬਾਤ ਹੋ ਜਾਂਦੀ ਹੈ। ਸੋ ਆਓ ਅੰਕਲ ਜੋਸ਼ਵਾ ਨੂੰ ਤੇ ਸਿਸਟਰ ਜੋਤੀ ਨੂੰ ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਉਹ ਸਾਡੇ ਨਾਲ ਰਲ ਕੇ ਜ਼ਬੂਰ 27 ਦੀ ਜਿਹੜੀ ਉਹਦੀ ਪੜ੍ਹਾਈ ਸਾਡੇ ਨਾਲ ਕਰਨ ਜੀ। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਤ ਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ। ਜਿੰਨੇ ਵੀ ਲੋਕ ਸਾਨੂੰ ਇਸ ਵਕਤ ਦੇਖ ਰਹੇ ਹਨ, ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ। ਅੱਜ ਅਸੀਂ ਫਿਰ ਇੱਕ ਵਾਰ ਤੁਹਾਡੇ ਸਾਹਮਣੇ ਆਏ ਹਾਂ। ਅਸੀਂ ਇੱਕ ਵੀਕ ਵਿੱਚ ਸਕਿਪ ਕੀਤਾ ਸੀ ਕਿਉਂਕਿ ਅਸੀਂ ਅਵੇਲੇਬਲ ਨਹੀਂ ਸੀ ਸਾਰੇ, ਲੇਕਿਨ ਖੁਦਾ ਨੇ ਸਾਨੂੰ ਫਿਰ ਇੱਕ ਵਾਰ ਮੌਕਾ ਦਿੱਤਾ ਕਿ ਅੱਜ ਫਿਰ ਅਸੀਂ ਤੁਹਾਡੇ ਸਾਹਮਣੇ ਜ਼ਬੂਰ 27 ਲੈ ਕੇ ਆਏ ਹਾਂ। ਇਸ ਦਾ ਜਿਹੜਾ ਮੇਨ ਟਾਈਟਲ ਹੈ ਪ੍ਰਭੂ ਤੇ ਭਰੋਸਾ, ਦਾਊਦ ਦਾ ਭਜਨ। ਮੈਂ ਇਸ ਦੀ ਪਹਿਲੀ ਆਇਤ ਪੜਾਂਗੀ। ਪ੍ਰਭੂ ਮੇਰਾ ਚਾਨਣ ਅਤੇ ਛੁਟਕਾਰਾ ਦੇਣ ਵਾਲਾ ਹੈ, ਮੈਂ ਕਿਸ ਤੋਂ ਡਰਾਂ? ਉਹ ਮੇਰਾ ਜੀਵਨ ਰੱਖਿਅਕ ਹੈ, ਮੈਂ ਕਿਸ ਦਾ ਭੈ ਖਾਵਾਂ। आयत नंबर 2। जब बुरियार अर्थात मेरे विरोधी और मेरे वैरी मेरा मांस खाण नूं नेड़े आए तां ਉਹ ਠੇਡਾ ਖਾ ਕੇ ਡਿੱਗ ਪਏ। आयत नंबर 3। बेशक मेरे विरोध फौजां भी क्यों ना आ जान, पर मैं नहीं डरांगा। बेशक मेरे विरुद्ध लड़ाइयां भी क्यों ना छिड़ जान, पर मैं बेफिक्र होके रहांगा। आयत नंबर 4। मैं यहोवा ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਾਲਾਂਗਾ ਕਿ ਮੈਂ ਜੀਵਨ ਪਰ ਯਹੋਵਾ ਦੇ ਘਰ ਵਸਾਂ, ਤਾਂ ਜੋ ਮੈਂ ਯਹੋਵਾ ਦੀ ਮਨੋਹਰਤਾ ਨੂੰ ਤੱਕਾਂ ਅਤੇ ਉਹਦੀ ਹੈਕਲ ਵਿੱਚ ਧਿਆਨ ਕਰਾਂ। आयत नंबर 5। ਉਹ ਦੁੱਖ ਦੇ ਸਮੇਂ ਮੇਰੀ ਰੱਖਿਆ ਕਰੇਗਾ, ਉਹ ਆਪਣੇ ਤੰਬੂ ਹੇਠ ਮੈਨੂੰ ਆਸਰਾ ਦੇਵੇਗਾ ਅਤੇ ਉੱਚੀ ਚਟਾਨ ਉੱਤੇ ਖੜਿਆ ਕਰੇਗਾ। ਆਇਤ ਨੰਬਰ 6। ਹੁਣ ਮੇਰਾ ਸਿਰ ਮੇਰੇ ਆਲੇ ਦੁਆਲੇ ਦੀਆਂ ਵੈਰੀਆਂ ਦੇ ਉੱਤੇ ਉੱਚਾ ਕੀਤਾ ਜਾਵੇਗਾ ਅਤੇ ਉਹਦੇ ਤੰਬੂ ਵਿੱਚ ਮੈਂ ਜੈ ਜੈਕਾਰ ਦੇ ਚੜਾਵੇ ਚੜਾਵਾਂਗਾ। ਮੈਂ ਗਾਵਾਂਗਾ, ਮੈਂ ਯਹੋਵਾ ਦੇ ਜ਼ਬੂਰ ਗਾਵਾਂਗਾ। ਆਇਤ ਨੰਬਰ 7। हे ਪ੍ਰਭੂ, ਜਦੋਂ ਮੈਂ ਤੈਨੂੰ ਪੁਕਾਰਾਂ ਤਾਂ ਤੂੰ ਕਿਰਪਾ ਕਰਕੇ ਮੇਰੀ ਸੁਣਨਾ ਅਤੇ ਮੈਨੂੰ ਉੱਤਰ ਦੇਣਾ। ਆਇਤ ਨੰਬਰ 8। ਮੇਰੇ ਦਰਸ਼ਨ ਦੀ ਖੋਜ ਕਰੋ ਤਾਂ ਮੇਰੇ ਮਨ ਨੇ ਤੈਨੂੰ ਆਖਿਆ, हे ਯਹੋਵਾ, ਮੈਂ ਤੇਰੇ ਦਰਸ਼ਨ ਦੀ ਖੋਜ ਕਰਾਂਗਾ। ਆਇਤ ਨੰਬਰ 9। ਤੂੰ ਆਪਣੇ ਆਪ ਨੂੰ ਮੇਰੇ ਤੋਂ ਨਾ ਛੁਪਾ, ਤੂੰ ਗੁੱਸੇ ਵਿੱਚ ਆਪਣੇ ਦਾਸ ਨੂੰ ਦੂਰ ਨਾ ਕਰ, ਤੂੰ ਹੀ ਮੇਰਾ ਮਦਦਗਾਰ ਰਿਹਾ ਹੈ। हे ਮੇਰੇ ਮੁਕਤੀ ਦਾਤਾ ਪਰਮੇਸ਼ਵਰ, ਤੂੰ ਮੈਨੂੰ ਨਾ ਛੱਡ ਅਤੇ ਨਾ ਹੀ ਤਿਆਗ। ਆਇਤ ਨੰਬਰ 10। ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ ਤਦ ਯਹੋਵਾ ਮੈਨੂੰ ਸਾਂਭੇਗਾ। ਆਇਤ ਨੰਬਰ 11। हे ਪ੍ਰਭੂ, ਤੂੰ ਮੈਨੂੰ ਆਪਣੇ ਰਾਹ ਬਾਰੇ ਸਿਖਾ, ਤੂੰ ਮੈਨੂੰ ਪੱਧਰੇ ਰਾਹ ਤੇ ਲੈ ਕੇ ਚੱਲ। ਆਇਤ ਨੰਬਰ 12। ਮੇਰੇ ਵਿਰੋਧੀਆਂ ਦੀ ਮਰਜ਼ੀ ਦੇ ਹਵਾਲੇ ਮੈਨੂੰ ਨਾ ਕਰ, ਕਿਉਂ ਜੋ ਝੂਠੇ ਗਵਾਹ ਮੇਰੇ ਵਿਰੁੱਧ ਉੱਠੇ ਹਨ ਅਤੇ ਉਹ ਜੋ ਜ਼ੁਲਮ ਦੀਆਂ ਫੂਕਾਂ ਮਾਰਦੇ ਹਨ। ਆਇਤ ਨੰਬਰ 13। ਮੈਨੂੰ ਵਿਸ਼ਵਾਸ ਹੈ ਕਿ ਮੈਂ ਜਿਉਂਦਿਆਂ ਦੀ ਧਰਤੀ ਉੱਤੇ ਪ੍ਰਭੂ ਦੀ ਭਲਾਈ ਦੇ ਦਰਸ਼ਨ ਕਰਾਂਗਾ। ਆਇਤ ਨੰਬਰ 14। ਯਹੋਵਾ ਨੂੰ ਉਡੀਕ, ਤਕੜਾ ਹੋ ਅਤੇ ਮੇਰਾ ਮਨ ਦਲੇਰ ਹੋਵੇ। ਹਾਂ, ਯਹੋਵਾ ਨੂੰ ਹੀ ਉਡੀਕ। ਖੁਦਾ ਦੀ ਬਰਕਤ ਉਹਦੇ ਕਲਾਮ ਦੇ ਪੜੇ ਸੁਣੇ ਜਾਣਤੇ ਹੋਵੇ। ਆਮੀਨ 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 ਆਮੀਨ। ਬਹੁਤ ਬਹੁਤ ਸ਼ੁਕਰੀਆ ਅੰਕਲ ਜੀ, ਸਿਸਟਰ ਜੋਤੀ।
ਹੁਣ ਅਸੀਂ ਖੁਦਾ ਦੇ ਕਲਾਮ ਵਿੱਚ ਚੱਲਾਂਗੇ। ਜਿਵੇਂ ਅਸੀਂ ਬਾਰ-ਬਾਰ ਜ਼ਿਕਰ ਕਰਨੇ ਆ ਕਿ ਅਸੀਂ ਜ਼ਬੂਰਾਂ ਦੀ ਪਹਿਲੀ ਕਿਤਾਬ ਦੇ ਵਿੱਚ ਜਿਹੜੇ ਦਾਊਦ ਦੇ ਜ਼ਬੂਰ ਨੇ, ਸਾਡੇ ਚੋਂ ਬਹੁਤ ਸਾਰੇ ਲੋਕਾਂ ਨੂੰ ਚੂੰਕਿ ਦਾਊਦ ਬਾਦਸ਼ਾਹ ਦਾ ਕਰੈਕਟਰ ਜਿਹੜਾ ਵੇ ਉਹ ਇੱਕ ਯੂਨੀਵਰਸਲ ਕਰੈਕਟਰ ਹੈ, ਇਸ ਲਈ ਸਾਨੂੰ ਇੰਝ ਲੱਗਦਾ ਵੇ ਕਿ ਸਾਰੇ ਦੇ ਸਾਰੇ ਜ਼ਬੂਰ ਦਾਊਦ ਨੇ ਲਿਖੇ ਨੇ, ਲੇਕਿਨ ਇੰਝ ਨਹੀਂ ਹੈ। ਜ਼ਬੂਰਾਂ ਦੀ ਕਿਤਾਬ ਦੇ 150 ਜ਼ਬੂਰ ਨੇ, ਜਿਹੜਾ ਸਾਰਾ ਸੈੱਟ ਹੈ ਸਾਡੇ ਕੋਲ ਬਾਈਬਲ ਮੁਕੱਦਸ ਦੇ ਵਿੱਚ। ਇਹਨਾਂ 150 ਦੇ ਵਿੱਚੋਂ ਸਿਰਫ 70 ਜਿਹੜੇ ਨੇ ਉਹ ਦਾਊਦ ਦੇ ਨੇ। ਉਹਨਾਂ 17 ਦੇ ਵਿੱਚੋਂ ਜਿਹੜਾ ਵੱਡਾ ਚੰਕ ਹੈ ਜ਼ਬੂਰਾਂ ਦਾ, ਜਿਹੜਾ ਜ਼ਬੂਰ ਨੰਬਰ 1 ਤੋਂ ਲੈ ਕੇ ਤੇ ਜ਼ਬੂਰ ਨੰਬਰ 41 ਤੱਕ ਜਾਂਦਾ ਵੇ, ਜਿਹੜਾ ਉਹ ਮੈਜੋਰਿਟੀ ਦਾਊਦ ਦੇ ਜ਼ਬੂਰਾਂ ਦੀ ਹੈ। ਉਹਦੇ ਬਾਅਦ ਅਸੀਂ ਵੇਖਦੇ ਹਾਂ ਕਿ ਤੀਸਰੀ ਚੌਥੀ ਕਿਤਾਬ ਦੇ ਵਿੱਚ ਵੀ ਦਾਊਦ ਦੇ ਕੁਝ ਜ਼ਬੂਰ ਜਿਹੜੇ ਨੇ ਉਹ ਸਾਨੂੰ ਨਜ਼ਰ ਆਉਂਦੇ ਨੇ। ਜਿਹੜੀ ਦੂਸਰੀ ਕਿਤਾਬ ਹੈ ਉਹ ਪ੍ਰਾਇਮਰੀਲੀ ਜਿਹੜੀ ਹੈ ਉਹ ਲਿਵਿਟਿਕਲ ਕਿਤਾਬ ਹੈ, ਜਿਹਦੇ ਵਿੱਚ ਬਨੀ ਕੋਰਾ ਔਰ ਆਸਫ ਔਰ ਹਿਮਾਨ ਜਿਹੜੇ ਤੋਂ ਦੇ ਜ਼ਬੂਰ ਸਾਨੂੰ ਨਜ਼ਰ ਆਉਂਦੇ ਨੇ। ਜਿਹੜੇ ਜ਼ਬੂਰ 42 ਤੋਂ ਸ਼ੁਰੂ ਹੋਏ ਤੇ ਜ਼ਬੂਰ ਤਕਰੀਬਨ ਜਾਂਦੇ ਨੇ, ਮੇਰੇ ਖਿਆਲ 80 ਕੇ 81 ਤੱਕ ਜਾਂਦੇ ਨੇ। ਸੋ ਇਸ ਲਈ ਜ਼ਬੂਰ ਦੀਆਂ 5 ਕਿਤਾਬਾਂ ਨੇ, ਜਿਹੜਾ ਅਸੀਂ ਬਾਰ-ਬਾਰ ਜ਼ਿਕਰ ਕਰਨਾ, ਮੈਂ ਹਰ ਵਾਰੀ ਯਾਦ ਦਹਾਨੀ ਕਰਾਉਣਾ ਵਾ ਕਿ ਜ਼ਬੂਰ ਦੀ ਜਿਹੜੀ ਕਿਤਾਬ ਹੈ ਉਹਨੂੰ 5 ਹਿੱਸਿਆਂ 'ਚ ਜਦੋਂ ਰੈਬਾਈਸ ਨੇ ਜਾਂ ਜੂਇਸ਼ ਕੈਨਨ ਜਦੋਂ ਕਲੋਜ਼ ਹੋਇਆ ਵੇ, ਉਹਨਾਂ ਇਹਦੀ ਡਿਵੀਜ਼ਨ ਕੀਤੀ, ਜਿਹੜੀ ਕਿ ਜ਼ਬੂਰ ਦੀ ਕਿਤਾਬ ਪਹਿਲੀਆਂ 5 ਕਿਤਾਬਾਂ ਤੌਰਾਤ ਦੀਆਂ 5 ਕਿਤਾਬਾਂ ਦੇ ਨਾਲ ਪੈਰਲਲ ਕੀਤੀਆਂ ਉਹਨਾਂ ਨੇ। ਸੋ ਇਹਦਾ ਮਤਲਬ ਹੈ ਕਿ ਅਸੀਂ ਚੂੰਕਿ ਪਹਿਲੀ ਕਿਤਾਬ ਦੇ ਵਿੱਚ ਆ ਇਸ ਸੈਸ਼ਨ ਦੇ ਵਿੱਚ, ਔਰ ਜ਼ਬੂਰ ਨੰਬਰ 27 ਜਿਹੜਾ ਵੇ ਉਹ ਜ਼ਬੂਰ ਦੀ ਪਹਿਲੀ ਕਿਤਾਬ ਯਾਨੀ ਦਾਊਦ ਦੇ ਜ਼ਬੂਰਾਂ ਦੇ ਵਿੱਚੋਂ। ਇਸ ਲਈ ਅਗਰ ਅਸੀਂ ਇਹਨੂੰ ਪੈਰਲਲ ਕਰੀਏ ਤੌਰਾਤ ਦੇ ਨਾਲ ਤੇ ਫਿਰ ਇਹ ਪੈਰਲਲ ਬਣਦਾ ਵੇ, ਮਤਵਾਜ਼ੀ ਚੱਲਦਾ ਵੇ ਪੈਦਾਇਸ਼ ਦੀ ਕਿਤਾਬ ਦੇ ਨਾਲ। ਸੋ ਇਸ ਲਈ ਅਸੀਂ ਹੁਣ ਜਾਵਾਂਗੇ ਜ਼ਬੂਰ ਦਾ 27 ਦੀ ਜਿਹੜੇ ਮੇਜਰ ਥੀਮ ਨੇ, ਮੇਜਰ ਕਰੈਕਟਰ ਨੇ। ਇਹ ਗੱਲ ਯਾਦ ਰੱਖੋ ਕਿ ਜਿਹੜੀ ਇਹ ਤਫਸੀਰ ਅਸੀਂ ਜਾਂ ਰਿਫਲੈਕਸ਼ਨ ਜਿਹੜਾ ਅਸੀਂ ਦਿੰਦੇ ਹਾਂ, ਦਿਸ ਇਜ਼ ਨਾਟ ਫॉर ਅਕੈਡੈਮਿਕਸ, ਇਹ ਅਕੈਡੈਮਿਕਸ ਲਈ ਨਹੀਂ ਹੈ। ਇਹਦੇ ਵਿੱਚ ਇੰਨੇ ਜ਼ਿਆਦਾ ਰੈਫਰੈਂਸ ਇਸ ਲਈ ਯੂਜ਼ ਨਹੀਂ ਕੀਤੇ ਜਾਂਦੇ ਅਕੈਡੈਮਿਕਲੀ, ਜਾਂ ਇਹ ਸਕਾਲਰ ਨੇ ਇਹ ਕਿਹਾ ਤਾਂ ਫਲਾਣੇ ਸਕਾਲਰ ਨੇ ਇਹ ਕਿਹਾ, ਕਿਉਂਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਡੇ ਵਰਗੇ ਜਿਹੜੇ ਆਮ ਲੋਕ ਨੇ, ਆਮ ਭੈਣ ਭਰਾ ਨੇ, ਜਿਹੜੇ ਜ਼ਬੂਰਾਂ ਨੂੰ ਪੜ੍ਹਦੇ ਨੇ, ਸੁਣਦੇ ਨੇ, ਉਹ ਇਹਨੂੰ ਸਮਝ ਸਕਣ ਔਰ ਉਹਨਾਂ ਦਾ ਈਮਾਨ ਇਹਦੇ ਨਾਲ ਮਜ਼ਬੂਤ ਹੋ ਸਕੇ। ਸੋ ਇਹ ਮੇਨ ਰੈਸ਼ਨਲ ਹੈ। ਦੂਜੇ ਨੰਬਰ ਤੇ ਅਸੀਂ ਚੂੰਕਿ ਇਹਨੂੰ ਪੰਜਾਬੀ 'ਚ ਕਰਨੇ ਆ, ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਜਿਹੜੀ ਸਾਡੀ ਮਾਂ ਬੋਲੀ ਹੈ, ਜਿਹੜੇ ਸਾਡੇ ਲੋਕ ਪੰਜਾਬੀ ਬੋਲਣ ਸੁਣਨ ਸਮਝਣ ਵਾਲੇ ਨੇ, ਉਹ ਸਾਡੇ ਨਾਲ ਜੁੜ ਸਕਣ ਔਰ ਉਹ ਖੁਦਾ ਦੇ ਕਲਾਮ ਨੂੰ ਆਪਣੀ ਜ਼ੁਬਾਨ 'ਚ ਸੁਣ ਸਕਣ। ਸੋ ਜ਼ਬੂਰ ਨੰਬਰ 27 ਮੇਰੇ ਜੀਜ਼ੋ, ਅਸੀਂ ਜਦੋਂ ਵੇਖਦੇ ਹਾਂ ਖਾਸ ਤੌਰ ਤੇ ਫੀਅਰ, ਅਸੀਂ ਜਿਹੜੇ ਦੌਰ 'ਚ ਰਹਿ ਰਹੇ ਹਾਂ ਇਹਦੇ ਵਿੱਚ ਫੀਅਰ ਬਹੁਤ ਵਿਕਦਾ ਵੇ, ਭਾਵੇਂ ਉਹ ਫਾਰਮਾਸਿਊਟੀਕਲ ਕੰਪਨੀਆਂ ਵੇਚਣ, ਭਾਵੇਂ ਉਹ ਜੰਗਾਂ ਦੇ ਹਥਿਆਰ ਬਣਾਉਣ ਵਾਲੇ ਵੇਚਣ, ਤੇ ਭਾਵੇਂ ਬੈਂਕਾਂ ਵਾਲੇ ਵੇਚਣ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਕੇ। ਤੁਸੀਂ ਵੇਖੋ ਕਿ ਤੁਸੀਂ ਟੀਵੀ ਐਡ ਚੁੱਕ ਲਓ, ਜਿਹੜੇ ਬੰਦੇ ਨੇ ਵੀ ਤੁਹਾਨੂੰ ਕੋਈ ਆਪਣਾ ਡਰਾਣਾ ਹੋਏ ਨਾ, ਉਹ ਤੁਹਾਡੀ ਜਾਂ ਤੇ ਹੈਲਥ ਜਾਂ ਫਾਈਨੈਂਸ ਤੇ ਜਾਂ ਫਿਰ ਤੁਹਾਡੀ ਦੁਨੀਆ ਤਬਾਹ ਹੋਣ ਵਾਲੀ ਹੈ, ਬਰਬਾਦ ਹੋਣ ਵਾਲੀ ਹੈ, ਬਸ ਤੁਸੀਂ ਆਪਣਾ ਬਚਾਓ ਕਰ ਲਓ। ਯਾਨੀ ਹਰ ਪਾਸਿਓਂ ਅਸੀਂ ਜਦੋਂ ਨਿਊਜ਼ ਵੇਖਦੇ ਆ, ਅਸੀਂ ਹਲੇ ਹੁਣੇ ਪੈਂਡੈਮਿਕ ਦੇ ਵਿੱਚੋਂ ਗੁਜ਼ਰੇ ਆ, ਕੁਛ ਗੁਜ਼ਰਨ ਡਏ ਨੇ, ਕੁਛ ਗੁਜ਼ਰ ਚੁੱਕੇ ਨੇ, ਮਤਲਬ ਫੀਅਰ ਇਨਗਲਫ ਐਵਰੀਬਾਡੀ ਔਰ ਫੀਅਰ। ਅੱਛਾ, ਜਦੋਂ ਖੌਫ ਜਿਹੜਾ ਵੇ ਨਾ, ਜਦੋਂ ਇਨਸਾਨ ਨੂੰ ਲੱਗ ਜਾਂਦਾ, ਜਦੋਂ 3 ਰਿਸਪੌਂਸਸ ਨੇ ਜਿਹੜੇ ਸਾਈਕੋਲੋਜਿਸਟ ਬਿਆਨ ਕਰਦੇ ਨੇ, 3 ਰਿਸਪੌਂਸਸ ਹੁੰਦੇ ਨੇ। ਜਿਹੜਾ ਬੰਦਾ ਨਾ ਉਹ ਆਪਣੇ ਦੇ ਮੁਤਾਬਕ 3 ਤਰੀਕੇ ਨਾਲ ਰਿਸਪੌਂਡ ਕਰਦਾ ਹੈ। ਪਹਿਲਾ ਰਿਸਪੌਂਡ ਹੁੰਦਾ ਵੇ ਫਲਾਈਟ, ਖੌਫ ਨੂੰ ਵੇਖ ਕੇ ਕੀ ਹੋ ਜਾ, ਨੱਠ ਜਾ, ਠੀਕ ਹੈ ਨਾ, ਫਲਾਈਟ ਲੈ, ਉਹਨੇ ਕਿ ਫਲੀ ਹੋ ਜਾ, ਭੱਜ ਜਾ ਬਾਈ ਖੌਫ ਵਾਲੀ ਜਗ੍ਹਾ, ਠੀਕ ਹੈ। ਅੱਛਾ, ਦੂਸਰਾ ਰਿਸਪੌਂਸ ਹੁੰਦਾ ਵੇ ਫਰੀਜ਼। ਕੁਛ ਲੋਕ ਨੇ ਕਿ ਜਿਹੜੇ ਖੌਫ ਦੇ ਸਾਹਮਣੇ ਕੀ ਹੋ ਜਾਂਦੇ ਨੇ, ਫਰੀਜ਼ ਹੋ ਜਾਂਦੇ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕੀ ਕਰੀਏ, ਠੀਕ ਹੈ। ਮਤਲਬ ਉਹਨਾਂ ਦੇ ਸੋਚਣ ਸਮਝਣ ਦੀ ਸਲਾਹੀਅਤ ਜਿਹੜੀ ਹੈ, ਉਹਨਾਂ ਦਾ ਜਿਹੜਾ ਰਿਸਪੌਂਸ ਜਿਹੜੇ ਉਹਨਾਂ ਦੇ ਨਰਵਸ ਨੇ, ਦੇ ਟੋਟਲੀ ਫਰੀਜ਼ ਆਊਟ। ਤੀਸਰਾ ਰਿਸਪੌਂਸ ਹੁੰਦਾ ਵੇ ਫਾਈਟ, ਤੇ ਲੜ ਪਓ, ਵੱਜ ਜਾਓ ਜਾ ਕੇ ਆਪਣੇ ਖੌਫ ਨੂੰ, ਠੀਕ ਹੈ। ਉਹ ਕੀ ਇੱਕ ਉਹ ਇਸ਼ਤਿਹਾਰ ਹੁੰਦਾ ਨਾ ਟੀਵੀ ਦੇ ਵਿੱਚ, ਇਸ਼ਤਿਹਾਰ ਹੁੰਦਾ ਸੀ ਮਾਊਂਟੇਨ ਡਿਊ ਦਾ, ਠੀਕ ਹੈ। ਤੇ ਮਾਊਂਟੇਨ ਡਿਊ ਦੀ ਨਾ ਸੌਫਟ ਡਰਿੰਕ ਦੇ ਲੋਕੀ ਪੀਂਦੇ ਨੇ, ਤੇ ਉਹਦੇ 'ਚ ਨਾ ਸਾਡਾ ਇੰਡੀਅਨ ਇੱਕ ਅਦਾਕਾਰ ਇਮਰਾਨ ਖਾਨ ਕਹਿੰਦਾ, ਉਹ ਸਾਡਾ ਪ੍ਰਾਈਮ ਮਿਨਿਸਟਰ ਹੈ, ਇੱਕ ਖਾਨ ਬੜੇ ਰਲ ਕਹਿੰਦਾ ਮਿਲ ਕੇ। ਅੱਛਾ, ਉਹ ਕੀ ਉਹਦਾ ਨਾਮ ਹੈ, ਸਲਮਾਨ ਖਾਨ। ਉਹ ਜਨਾਬ ਇੱਕ ਜੰਪ ਸੂਟ ਪਾ ਕੇ ਨਾ, ਤੇ ਹਵਾ ਦੇ ਵਿੱਚ ਨਹੀਂ ਉੱਡਦੇ, ਜੰਪ ਸੂਟ ਪਾ ਕੇ ਇੰਝ ਖੁੱਲਦਾ, ਉਹ ਕਹਿੰਦੇ ਨੇ ਜਿਹੜਾ ਮਾਊਂਟੇਨ ਡਿਊ ਦਾ ਇਸ਼ਤਿਹਾਰ ਹੈ, ਤੇ ਉਹ ਜਨਾਬ ਬੋਤਲ ਫੜਦਾ, ਬੋਤਲ ਫੜ ਕੇ ਘੁੱਟ ਭਰਦਾ ਵੇ, ਤੇ ਉਹਦੇ ਬਾਅਦ ਕਹਿੰਦਾ ਵੇ ਕਿ ਡਰ ਕੇ ਆਗੇ ਜੀਤ ਹੈ, ਔਰ ਜਨਾਬ ਉਹ ਫਲਾਈਂਗ ਸੂਟ ਦੇ ਨਾਲ ਛਾਲ ਮਾਰ ਦਿੰਦਾ ਪਹਾੜਾਂ ਦੇ ਉੱਤੋਂ, ਠੀਕ ਹੈ, ਔਰ ਉੱਡਦਾ ਜਾਂਦਾ ਹੈ। ਕਹਿਣ ਦਾ ਮਕਸਦ ਹੈ ਕਿ ਡਰ ਕੇ ਆਗੇ ਕਿਆ ਹੈ, ਜੀਤ ਹੈ। ਓਕੇ, ਸੋ ਦਿਸ ਇਜ਼ ਦ ਟੈਗ ਲਾਈਨ। ਸੋ ਖੌਫ ਦੇ, ਡਰ ਦੇ 3 ਰਿਸਪੌਂਸ ਤੁਹਾਨੂੰ ਦੱਸੇ ਨੇ, ਕਿਹੜਾ ਵੇ, ਫਲਾਈਟ, ਫਰੀਜ਼ ਔਰ ਫਾਈਟ, ਠੀਕ ਹੈ ਨਾ, 3 ਰਿਸਪੌਂਸ। ਜ਼ਬੂਰ ਨੰਬਰ 27 ਜਿਹੜਾ ਵੇ ਨਾ, ਇਹਦੇ ਵਿੱਚ ਅਸੀਂ ਵੇਖਦੇ ਆ ਕਿ ਦਾਊਦ ਜਿਹੜਾ ਵੇ ਉਹ ਸਾਨੂੰ ਜਦੋਂ ਉਹ ਖੌਫ ਨੂੰ ਇਨਕਾਊਂਟਰ ਕਰਦਾ, ਜਦੋਂ ਉਹ ਫੀਅਰ ਨੂੰ, ਜਦੋਂ ਡਰ ਉਹਨੂੰ ਘੇਰਦਾ,
ਤੇ ਦਾਊਦ ਦਾ ਰਿਸਪੌਂਸ ਕੀ ਹੁੰਦਾ। ਸੋ ਇਹ ਫੈਸਲਾ ਤੁਹਾਂ ਕਰਨਾ ਵੇ ਕਿ ਦਾਊਦ ਫਰੀਜ਼ ਹੋ ਗਿਆ, ਦਾਊਦ फाइट ਕਰਨ ਲੱਗਾ ਵੇ ਕਿ ਦਾਊਦ ਫਲਾਈਟ ਲੈਣ ਲੱਗਾ। ਠੀਕ ਹੈ, ਸੋ ਇਟਸ ਅਪ ਟੂ ਯੂ। ਮੈਂ ਤੁਹਾਨੂੰ ਨਹੀਂ ਦੱਸਾਂਗਾ ਕਿ ਤੁਸੀਂ ਕੀ ਕੰਕਲੂਡ ਕੱਢੋ ਇਹਦੇ ਚੋਂ। ਠੀਕ ਹੈ, ਤੁਸੀਂ ਆਪਣਾ ਕੰਕਲੂਜਨ ਆਪ ਹੀ ਕੱਢਿਓ। ਲੇਕਿਨ ਥੋੜਾ ਜਿਹਾ ਹਿਸਟੋਰੀਕਲ ਬੈਕਗਰਾਉਂਡ ਤੇ ਜਾਈਏ। ਇਹ ਜਿਹੜਾ ਜ਼ਬੂਰ ਹੈ ਜਨਰਲੀ ਪਿਛਲੇ 300 ਸਾਲਾਂ ਤੋਂ 300 ਇਟਸ ਅ ਕੰਪੈरेटिवली ਨਿਊ ਟ੍ਰੈਡੀਸ਼ਨ। ਤੁਹਾਨੂੰ ਪਤਾ ਵੀ ਪਿਛਲੇ ਹਫਤੇ ਦੇ ਵਿੱਚ ਯਹੂਦੀਆਂ ਦਾ ਨਵਾਂ ਸਾਲ ਸੀ, ਰੋਸ਼ ਹੋਸ਼ੈਨਾ ਮਨਾਇਆ ਗਿਆ ਵੇ। ਠੀਕ ਹੈ, ਔਰ ਰੋਸ਼ ਹੋਸ਼ੈਨਾ ਜਿਹੜੀ ਹੈ ਨਵੇਂ ਸਾਲ ਦੀ ਈਦ, ਜਿਹਦੇ ਵਿੱਚ ਸਾਲ ਤੋਂ ਬਾਅਦ ਜਾ ਕੇ 1 ਸਾਲ ਬਾਅਦ ਸਰਦਾਰ ਕਾਹਨ ਪੂਰੀ ਕੌਮ ਦੇ ਗੁਨਾਹਾਂ ਦਾ ਕਫਾਰਾ ਦਿੰਦਾ ਵੇ, ਔਰ ਪੂਰੀ ਕੌਮ ਜਿਹੜੀ ਸੀ ਉਹ ਹਫਤੇ 'ਚ ਇੱਕ ਦਿਨ ਜਿਹੜੀ ਸੀ ਰੋਜ਼ਾ ਰੱਖਦੀ ਸੀ। ਠੀਕ ਹੈ, ਆਲਦੋ ਸ਼ਰਈ ਤੌਰ ਤੇ ਇੱਕ ਹੀ ਰੋਜ਼ਾ ਹੀ ਜਿਹੜਾ ਕਿ ਇਸ ਮਹੀਨੇ 'ਚ ਰੱਖਿਆ ਜਾਂਦਾ ਸੀ। ਇਹਨੂੰ ਅਸੀਂ ਜਿਹੜਾ ਵਾ ਨਾ ਰੋਸ਼ ਹੋਸ਼ੈਨਾ ਜਿਹੜਾ ਵੀ ਮਹੀਨੇ ਦਾ ਨਾਮ ਮੇਰੇ ਦਿਨ 'ਚ ਇਬਰਾਨੀ ਨਹੀਂ ਆਉਣ ਡਿਆ, ਤਿਸ਼ਰੀ 7ਵਾਂ ਮਹੀਨਾ ਵੇ। ਲੇਕਿਨ ਅਲੂਲ ਜਿਹੜਾ ਵੇ ਦੈਟ ਇਜ਼ ਦ ਲਾਸਟ ਮੰਥ। ਅਲੂਲ ਮਹੀਨਾ ਜਿਹੜਾ ਵੇ ਜਿਹੜਾ ਕਿ ਰੋਸ਼ ਹੋਸ਼ੈਨਾ ਤੋਂ ਪਹਿਲਾਂ ਹੁੰਦਾ ਵੇ, ਮੇਰੇ ਖਿਆਲ 'ਚ ਅਬੀਬ ਹੈ। ਆਈ ਵਿਲ ਕਨਫਰਮ ਦੈਟ, ਆਮ ਨਾਟ ਸ਼ੋਰ ਰਾਈਟ ਨਾਓ ਵਾਟਸ ਦ ਹਿਬਰੂ ਨੇਮ। ਲੇਕਿਨ ਨਵਾਂ ਸਾਲ ਪਹਿਲਾ ਸਾਲ ਹੈ ਜਿੱਥੋਂ ਜਿਹੜਾ ਨਾ ਨਵਾਂ ਸਾਲ ਸ਼ੁਰੂ ਹੋ ਰਿਹਾ ਵੇ, ਰੋਸ਼ ਹੋਸ਼ੈਨਾ ਮਨਾਇਆ ਜਾ ਰਿਹਾ ਵੇ, ਗੁਨਾਹਾਂ ਦਾ ਕਫਾਰਾ ਦਿੱਤਾ ਗਿਆ ਵੇ। ਔਰ ਹੋਇਆ ਕੀ ਹੈ, ਅਲੂਲ ਦਾ ਮਹੀਨਾ ਜਿਹੜਾ ਹੁੰਦਾ ਵਾ ਨਾ, ਇਹ ਤੋਂ ਪਹਿਲਾਂ ਉਹ ਪੈਨੀਟੈਂਸ਼ੀਅਲ ਮਹੀਨਾ ਵਾ, ਯਾਨੀ ਉਹਦੇ ਵਿੱਚ ਜਿਹੜੀ ਯਹੂਦੀ ਕੌਮ ਹੈ ਉਹ ਪੈਨੀਟੈਂਸ ਚੋਂ ਲੰਘਦੀ ਹੈ, ਯਾਨੀ ਆਪਣੇ ਗੁਨਾਹਾਂ ਦਾ ਇਕਰਾਰ ਕਰਦੇ ਨੇ, ਤੌਬਾ ਕਰਦੇ ਨੇ ਖੁਦਾ ਦੇ ਸਾਹਮਣੇ, ਔਰ ਆਪਣੇ ਗੁਨਾਹਾਂ ਦੇ ਕਫਾਰੇ ਵਾਸਤੇ ਕੁਰਬਾਨੀਆਂ ਨਜ਼ਰਾਨੇ ਜਿਹੜੇ ਨਾ ਉਹ ਖੁਦਾ ਦੀ ਹੱਕ ਵਿੱਚ ਲੈ ਕੇ ਆਉਂਦੇ ਨੇ, ਖੁਦਾ ਦੇ ਘਰ 'ਚ ਲੈ ਕੇ ਆਉਂਦੇ ਨੇ। ਸੋ ਇਹ ਜਿਹੜਾ ਜ਼ਬੂਰ ਹੈ ਪਿਛਲੇ 300 ਸਾਲਾਂ ਤੋਂ ਨਵੀਂ ਜਿਹੜੀ ਉਹਨਾਂ ਦੀ ਟ੍ਰੈਡੀਸ਼ਨ ਆਇਆ ਵੇ, ਉਹ ਇਹ ਵੇ ਕਿ ਉਹ ਇਸ ਜ਼ਬੂਰ ਨੂੰ ਜਿਹੜਾ ਵੇ ਉਹ ਇਸ ਮਹੀਨੇ ਦੇ ਵਿੱਚ ਉਹਨੂੰ ਪੜ੍ਹਦੇ। ਠੀਕ ਹੈ ਜੀ, ਔਰ ਜਿਹੜੇ ਲਾਸਟ 10 ਡੇਜ਼ ਨੇ ਰੋਸ਼ ਹੋਸ਼ੈਨਾ ਦੇ ਜਿੱਥੋਂ ਸ਼ੁਰੂ ਹੋਏਗਾ ਕੁਰਬਾਨੀਆਂ ਦਾ, ਉਦੋਂ ਪਹਿਲਾਂ ਸੁਬਾਹ ਤੇ ਸ਼ਾਮ ਯਾਨੀ ਪੂਰੇ 10 ਦਿਨ ਜਿਹੜੇ ਨਾ ਉਹ ਸੁਬਾਹ ਦੀ ਇਬਾਦਤ ਕੁਰਬਾਨੀ ਔਰ ਸ਼ਾਮ ਦੀ ਕੁਰਬਾਨੀ 'ਚ ਜ਼ਬੂਰ 27 ਨੂੰ ਪੜ੍ਹਦੇ ਕਲੀਸੀਆ ਤੌਰ ਤੇ ਇਹਦਾ ਮੁਤਾਲਾ ਕਰਦੇ ਹਨ। ਸੋ ਦੈਟ ਇਜ਼ ਲਿਟਰਜੀਕਲ ਟ੍ਰੈਡੀਸ਼ਨ ਜਿਹੜਾ ਕਿ ਅਸੀਂ ਇਹਨੂੰ ਵਿਨਿਆ ਕਿ ਆਪਣਾ ਉਸ ਸੀਜ਼ਨ ਦੇ ਵਿੱਚ ਜਿਹੜਾ ਵੇ ਉਹਨੂੰ ਪੜ੍ਹਿਆ ਜਾਂਦਾ ਵੇ ਔਰ ਉਹਨੂੰ ਗਾਇਆ ਜਾਂਦਾ ਵੇ। ਸੋ ਜਦੋਂ ਅਸੀਂ ਅੱਗੇ ਹੁੰਦੇ ਹਾਂ ਮੇਰੇ ਜੀਜ਼ੋ ਕਿ ਇਹ ਜ਼ਬੂਰ ਨੂੰ ਅਗਰ ਅਸੀਂ ਵੇਖੀਏ ਤੇ ਕੁਝ ਲੋਕਾਂ ਨੇ ਇਹਨੂੰ 2 ਵੱਡੇ ਹਿੱਸਿਆਂ ਤਕਸੀਮ ਕੀਤਾ। 2 ਵੱਡੇ ਹਿੱਸੇ ਕਿਹੜੇ ਨੇ? ਪਹਿਲੀ ਆਇਤ ਤੋਂ ਲੈ ਕੇ 6ਵੀਂ ਆਇਤ ਤੱਕ, ਔਰ ਫਿਰ ਦੂਜਾ ਵੱਡਾ ਹਿੱਸਾ ਵੇ 7ਵੀਂ ਆਇਤ ਤੋਂ ਲੈ ਕੇ 14ਵੀਂ ਆਇਤ ਤੱਕ। ਇਹਨਾਂ 2 ਹਿੱਸਿਆਂ ਨੂੰ ਕੁਝ ਲੋਕਾਂ ਨੇ 5 ਸੈਕਸ਼ਨਾਂ ਤਕਸੀਮ ਕੀਤਾ ਵੇ। ਠੀਕ ਹੈ, 5 ਸੈਕਸ਼ਨ ਕਿਹੜੇ ਨੇ? ਪਹਿਲਾ ਸੈਕਸ਼ਨ ਹੈ 1 ਤੋਂ ਲੈ ਕੇ 3 ਆਇਤ ਤੱਕ, ਦੂਸਰਾ ਸੈਕਸ਼ਨ ਹੈ 4 ਤੋਂ ਲੈ ਕੇ 6ਵੀਂ ਆਇਤ ਤੱਕ, ਤੀਜਾ ਸੈਸ਼ਨ ਹੈ 7ਵੀਂ ਤੋਂ ਲੈ ਕੇ 11 ਆਇਤ ਤੱਕ, ਚੌਥਾ ਸੈਸ਼ਨ ਹੈ 12 ਤੇ 13 ਆਇਤ ਤੇ ਜਿਹੜੀ 14ਵੀਂ ਆਇਤ ਨਾ ਉਹਨੂੰ ਉਹ ਟੋਟਲੀ ਅਲੱਗਾ ਉਹਨੂੰ ਨਾਲ ਐਡ ਕਰਦੇ ਨੇ, ਕਿਉਂਕਿ ਉਹਦੀ ਟੋਨ ਔਰ ਉਹਦੇ ਇਮੋਸ਼ਨ ਦੋਵੇਂ ਚੇਂਜ ਨੇ ਫਰਮ ਦ ਰੈਸਟ ਆਫ ਦ ਸੌਂਗ। ਠੀਕ ਹੈ, ਓਕੇ। ਨਾਓ ਇਹ ਹੋ ਗਿਆ ਸਾਡਾ ਇਹਦਾ ਲਿਟਰਜੀਕਲ ਬੈਕਗਰਾਉਂਡ। ਉਹਦੇ ਬਾਅਦ ਹੋ ਗਿਆ ਇਹਦਾ ਕਿ ਇਹਦੀ ਤਰਤੀਬ ਕਿਵੇਂ ਵੇ, ਇਹਨੂੰ ਤਕਸੀਮ ਕਿਵੇਂ ਕੀਤਾ ਗਿਆ ਵੇ। ਲੇਕਿਨ ਦਾਊਦ ਜਦੋਂ ਇਹਨੂੰ ਅਸੀਂ ਵੇਖਦੇ ਹਾਂ ਕਿ ਦਾਊਦ ਇਹਨੂੰ ਜਦੋਂ ਆਪਣੇ ਕੰਟੈਕਸਟ ਵਿੱਚ ਕਹਿੰਦਾ ਵੇ, ਸੋ ਸਾਨੂੰ ਨਹੀਂ ਪਤਾ ਕਿ ਦਾਊਦ ਜਦੋਂ ਪਹਿਲੀ ਆਇਤ ਲਿਖਦਾ ਵੇ खुदावंद मेरी रोशनी और मेरी निजात है, मुझे किसकी दहशत। खुदावंद मेरी जिंदगी का पुश्ता है, मुझे किसकी हैबत। ਤੁਸੀਂ ਤੇ ਵੇਖੋਗੇ ਜੀ ਦਹਿਸ਼ਤ ਤੇ ਹੈਬਤ। ਠੀਕ ਹੈ, ਇਹ ਦੋਵੇਂ ਹੀ ਚੀਜ਼ਾਂ ਨੇ ਜਿਹੜੀਆਂ ਇਨਸਾਨ ਨੂੰ ਗ੍ਰਿਪ ਕਰ ਦਿੰਦੀਆਂ ਨੇ। ਠੀਕ ਹੈ, ਬੰਦਾ ਜਦੋਂ ਦਹਿਸ਼ਤ ਦਾ ਆ ਜਾ ਨਾ ਔਰ ਜਦੋਂ ਹੈਬਤ ਔਰ ਤੇ ਤਾਰੀ ਹੋ ਜਾਏਗੀ, ਠੀਕ ਹੈ ਨਾ, ਮਤਲਬ ਉਹਨੂੰ ਸਮਝ ਨਹੀਂ ਆਉਂਦੀ ਕੀ ਕਰੇ। ਸੋ ਅਸੀਂ ਵੇਖਦੇ ਹਾਂ ਮੇਰੇ ਜੀਜ਼ੋ ਕਿ ਦਾਊਦ ਦੀ ਲਾਈਫ ਬੜੀ ਕ੍ਰਾਈਸਿਸ ਵਿੱਚ ਗੁਜ਼ਰੀ ਹੈ। ਅਸੀਂ ਦਾਊਦ ਨੇ ਕਹਿੰਦੇ ਤੇ ਆਵਾਂ ਕਿ ਦਾਊਦ ਬੜਾ ਪ੍ਰੇਜ਼ ਕਰਨ ਵਾਲਾ ਸੀ, ਦਾਊਦ ਇਹ ਤੇ ਉਹ, ਲੇਕਿਨ ਤੁਹਾਨੂੰ ਪਤਾ ਵੀ ਹੀ ਵਾਜ਼ ਹੇਟਡ ਬਾਈ ਹਿਜ਼ ਓਨ ਫੈਮਿਲੀ। ਉਹਦੇ ਆਪਣੇ ਖਾਨਦਾਨ ਔਰ ਤੋਂ ਨਫ਼ਰਤ ਕਰਦਾ ਸੀ ਸਾਰੀ ਜ਼ਿੰਦਗੀ। ਜਿਉਂ ਉਹ ਖੁਦਾ ਨੇ ਉਹਨੂੰ ਬਾਦਸ਼ਾਹ ਦੇ ਮਹਿਲ ਦੇ ਵਿੱਚ ਲੈ ਕੇ ਆਂਦਾ, ਹੀ ਵਾਜ਼ ਹੌਂਟਡ ਬਾਈ ਸਾਊਲ ਬਾਦਸ਼ਾਹ ਤੋਂ ਲੈ ਕੇ ਸਾਰੀ ਜ਼ਿੰਦਗੀ ਜੰਗਾਂ ਲੜਦਾ ਰਿਹਾ, ਦੁਸ਼ਮਣਾਂ ਤੋਂ ਨੱਠਦਾ ਰਿਹਾ ਤੇ ਜਨਾਬ ਉਹ ਆਪਣਾ ਔਰ ਉਹਨੂੰ ਮੁਖਤਲਿਫ ਕਿਸਮ ਦੇ ਕ੍ਰਾਈਸਿਸ ਜਿਹੜੇ ਨਾ ਉਹ ਦਾਊਦ ਦੀ ਜ਼ਿੰਦਗੀ ਚ ਆਏ। ਸੋ ਅਸੀਂ ਵੇਖਦੇ ਹਾਂ ਕਿ ਕ੍ਰਾਈਸਿਸ ਆਉਣਾ ਕੋਈ ਵੱਡੀ ਗੱਲ ਨਹੀਂ। ਅਸੀਂ ਜਿਹੜੀ ਦੁਨੀਆ ਚ ਰਹਿੰਦੇ ਹਾਂ ਇਹ ਚੂੰਕਿ ਫਾਲਨ ਦੁਨੀਆ ਵਿੱਚ, ਅਸੀਂ ਲਾਨਤਜ਼ਦਾ ਦੁਨੀਆ ਚ ਰਹਿੰਦੇ ਹਾਂ, ਅਸੀਂ ਐਸੀ ਜਗ੍ਹਾ ਰਹਿੰਦੇ ਹਾਂ ਜਿੱਥੇ ਲੋਕੀ ਖੁਦਾ ਤੋਂ ਦੂਰ ਨੇ, ਔਰ ਕ੍ਰਾਈਸਿਸ ਆਣਾ, ਕੇਓਸ ਆ ਜਾਣਾ ਜਿਹੜਾ ਨਾ ਉਹ ਕੋਈ ਵੱਡੀ ਗੱਲ ਨਹੀਂ ਹੈ। ਵੱਡੀ ਗੱਲ ਕੀ ਹੈ? ਬਹੁਤ ਸਾਰੇ ਲੋਕ ਨੇ
ਤੁਹਾਨੂੰ ਉਹ ਤਾਲੀਮ ਦੇਣਗੇ ਜਾਂ ਸੁਣਾਉਣਗੇ ਜੀ ਕਿ ਤੁਸੀਂ ਜਦੋਂ ਨਿਜਾਤ ਪਾ ਗਏ ਹੋ, ਤੁਸੀਂ ਖੁਦਾ ਦੇ ਲੋਕ ਹੋ, ਤੇ ਹੁਣ ਨਾ ਤੇ ਤੁਹਾਨੂੰ ਬਿਮਾਰੀ ਲੱਗੇਗੀ, ਨਾ ਕੋਈ ਆਫਤ ਆਏਗੀ, ਨਾ ਵਬਾ ਆਏਗੀ, ਕੋਈ ਤੂਫਾਨ ਨਹੀਂ ਆਏਗਾ। ਹੁਣ ਤੁਸੀਂ ਜਨਾਬ ਲਿਵਿੰਗ ਇਨ ਅ ਪੀਸ, ਤੁਸੀਂ ਫਰਿਸ਼ਤਿਆਂ ਦੀ ਦੁਨੀਆ 'ਚ ਰਹਿਣ ਰਹੇ ਹੋ, ਜਿੱਥੇ ਕੋਈ ਫਿਕਰ ਨਾ ਫਾਕਾ, ਐਸ਼ ਕਰ ਕਾਕਾ। ਇੰਝ ਦਾ ਮਾਹੌਲ ਤੁਹਾਨੂੰ ਦਿੰਦੇ ਨੇ, ਠੀਕ ਹੈ। ਇੰਝ ਦਾ ਕੋਈ ਹਿਸਾਬ ਨਹੀਂ ਇਸ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ। ਇਸ ਲਈ ਖੁਦਾਵੰਦ ਯਿਸੂ ਮਸੀਹ ਨੂੰ ਆਪਣੇ ਆਪ ਨੂੰ ਜਿਸਮ ਲੈ ਕੇ ਖੁਦਾਵੰਦ ਥੱਲੇ ਉਤਰਨਾ ਪਿਆ, ਤਾਂ ਕਿ ਉਹ ਸਫਰਿੰਗ, ਦੁੱਖ ਸਹਿੰਦੀ ਦੁਨੀਆ ਦੇ ਨਾਲ ਉਹਨਾਂ ਦਾ ਸਫਰਿੰਗ ਮਜ਼ਾਇਆ ਬਣ ਸਕੇ। ਹੀ ਇਜ਼ ਨਾਟ ਅ ਮਜ਼ਾਇਆ ਹੂ ਹੈਜ਼ ਨਾਟ ਸਫਰਡ। ਉਹ ਐਸਾ ਮਸੀਹਾ ਨਹੀਂ ਕਿ ਜਿਹਨੇ ਦੁੱਖ ਮੁਸੀਬਤਾਂ ਨਹੀਂ ਸਹੀਆਂ। ਸੋ ਗॉड entered and God suffered with humanity। ਸੋ ਦਾਊਦ ਜਦੋਂ ਗੱਲ ਕਰਦਾ ਵੇ ਨਾ, ਉਹ ਗੱਲ ਕਰਦਾ ਵੇ ਖੁਦਾ ਦੇ ਵਿੱਚ ਹੋਪ ਇਨ ਹਾਰਡ ਟਾਈਮਸ ਜਾਂ ਟਰਸਟ ਇਨ ਟਰਬਲਡ ਟਾਈਮਸ। ਸੋ ਜਿਹੜਾ ਖੁਦਾ ਦਾ ਕਲਾਮ ਸਾਨੂੰ ਜਿਹੜੀ ਅਸ਼ੋਰੈਂਸ ਦਿੰਦਾ ਵੇ ਨਾ, ਜਿਹੜੀ ਇਹਦੇ ਵਿੱਚ ਅਸ਼ੋਰੈਂਸ ਤੇ ਯਕੀਨ ਦਹਾਨੀ ਜਿਹੜੀ ਹੈ ਨਾ, ਉਹ ਇਹ ਨਹੀਂ ਹੈ ਕਿ ਮੁਸੀਬਤਾਂ, ਤਕਲੀਫਾਂ, ਬਿਮਾਰੀਆਂ, ਹਾਰੀਆਂ, ਪ੍ਰੋਬਲਮ ਸਾਡੇ ਤੇ ਨਹੀਂ ਆਉਂਦੀਆਂ, ਬਲਕਿ ਅਸ਼ੋਰੈਂਸ ਐਵੇਂ ਕਿ ਕੋਈ ਵੀ ਤੂਫਾਨ ਆ ਜਾਏ, ਕੋਈ ਵੀ ਮੁਸੀਬਤ ਆ ਜਾਏ, ਕੋਈ ਦਹਿਸ਼ਤ ਆ ਜਾਏ, ਕੋਈ ਹੈਬਤ ਆ ਜਾਏ, ਤੁਹਾਡੇ ਅੰਦਰ ਖੁਦਾ ਪੀਸ ਰੱਖੇਗਾ, ਤੁਹਾਡੇ ਅੰਦਰ ਖੁਦਾ ਇਤਮਾਨਾਨ ਰੱਖੇਗਾ। ਬਾਕੀ ਦੁਨੀਆ ਵਾਂਗੂ ਤੁਹਾਨੂੰ ਪੈਨਿਕ ਹੋਣ ਦੀ ਲੋੜ ਨਹੀਂ, ਬਾਕੀ ਦੁਨੀਆ ਵਾਂਗੂ ਤੁਹਾਨੂੰ ਸਟ੍ਰੈਸ ਆਊਟ ਹੋਣ ਦੀ ਲੋੜ ਨਹੀਂ। ਬਾਏ ਦਾ ਵੇ, ਸਟ੍ਰੈਸ ਤੋਂ ਮੈਨੂੰ ਯਾਦ ਆ ਗਿਆ ਵੇ, ਦਿਲਚਸਪ ਗੱਲ ਹੈ ਵੇ ਜੀ ਕਿ ਸਾਈਕੋਲੋਜਿਸਟ ਇੱਕ ਹੋਰ ਨਵੀਂ ਰਿਸਰਚ ਆਈ ਹੈ, ਉਹ ਕਹਿੰਦੇ ਨੇ ਜੀ ਸਟ੍ਰੈਸ ਨਾਲ ਹੀ ਕੋਈ ਬਿਮਾਰੀ ਕੋਈ ਨਹੀਂ। ਮਤਲਬ ਸਟ੍ਰੈਸ ਤੋਂ ਕੋਈ ਬਿਮਾਰੀ ਕੋਈ ਵੀ ਨਹੀਂ ਹੈ। ਅਸਲ ਵਿੱਚ ਇਹ ਖੌਫ ਦੀ ਇੱਕ ਸ਼ਕਲ ਹੈ, ਜਿਹਨੂੰ ਸੌਰਟ ਆਊਟ ਕਰਨ ਲਈ ਜਿਹੜੇ ਫਾਰਮਾਸਿਊਟੀਕਲ ਕੰਪਨੀ ਨੇ, ਡਾਕਟਰ ਜਿਹੜੇ ਨੇ, ਮੈਡੀਕਲ ਇੰਡਸਟਰੀ ਜਿਹੜੀ ਹੈ ਨਾ, ਉਹ ਤੁਹਾਨੂੰ ਗੋਲੀਆਂ ਦੇ ਕੇ ਸਵਾ ਦਿੰਦੀ, ਠੀਕ ਹੈ। ਜਿਹੜੇ ਬੰਦੇ ਨੂੰ ਸਟ੍ਰੈਸ ਹੋਏ ਨਾ ਬਹੁਤਾ, ਡਾਕਟਰ ਉਹ ਕੀ ਕਰਦੇ ਨੇ, ਦਵਾਈ ਦਿੰਦੇ ਨੇ ਕਿ ਲੈ ਪੁੱਤਰ, ਲੈ ਧੀ, ਖਾ ਤੇ ਚਲ ਮਾਰ, ਠੰਡਾ ਹੋ ਕੇ ਸੌ ਜਾ, ਪਰੇਸ਼ਾਨੀ ਵਾਲੀ ਕੋਈ ਗੱਲ ਕੋਈ ਨਹੀਂ, ਠੀਕ ਹੈ ਨਾ। ਸੁੱਤਾ पे उठेगा ना ਜਦੋਂ, तो थोड़ा फील गुड करेगा, ठीक है। अदरवाइज तेरा दिमाग अगर एक ही पॉइंट पे सोचता रहेगा ना, तो तू ना बंदा बौंतल जाएगा, पंजाबी ना, तू पगला जाएगा, ठीक है। मतलब इसलिए या गोली फड़ तो सौ जा जाके होना वना कुछ नहीं। सो स्ट्रेस इज नॉट एनी काइंड ऑफ डिजीज, ठीक है। स्ट्रेस इज अ आउटकम और अ साइड बार ऑफ फियर। इसलिए ਜਿਹੜੀ ਪਿਲ ਜਿਹੜੀ ਹੈ ਨਾ, ਡਾਕਟਰ ਤੁਹਾਨੂੰ ਪਿਲ ਦੇਣਗੇ ਤੇ ਖੁਦਾ ਦਾ ਕਲਾਮ ਤੁਹਾਨੂੰ ਗੋਸਪਲ ਦੇਵੇਗਾ ਕਿ ਇਤਮਾਨਾਨ ਨਾ ਰਹੋ, ਚਿਲ ਮਾਰੋ, ਕਿਸੇ ਚੀਜ਼ ਦੀ ਫਿਕਰ ਨਾ ਕਰੋ। ਦਾਊਦ ਐਕਚੁਅਲੀ ਸੇਮ ਸਿਚੁਏਸ਼ਨ ਨੂੰ ਹੁਣ ਰਿਸਪੌਂਡ ਕਰਨ ਦਿਆ, ਓਕੇ। ਔਰ ਰਿਸਪੌਂਡ ਕਿਵੇਂ ਕਰਨ ਦਿਆ ਵੇ, ਟੈਕਨੀਕਲੀ ਅਗਰ ਵੇਖਿਆ ਜਾਏ ਤੇ देयर आर टू काइंड ऑफ ਪਟੀਸ਼ਨਸ ਜਾਂ ਸਾਮਸ ਨਜ਼ਰ ਆਉਂਦੇ ਨੇ। ਲੈਮੈਂਟੇਸ਼ਨ ਜਿਹੜੇ ਨੇ, ਲੈਮੈਂਟ ਨੇ, ਉਹ ਵੇ ਇੱਕ ਵੇ ਕਮਿਊਨਲ, ਇੱਕ ਵੇ ਪਰਸਨਲ, ਯਾਨੀ ਨੈਸ਼ਨਲ ਲੈਵਲ ਤੇ, ਔਰ ਦੂਸਰਾ ਕੀ ਹੈ, ਪਰਸਨਲ ਲੈਵਲ ਤੇ। ਆਲਦੋ ਜੂਇਸ਼ ਨੇਸ਼ਨ ਅੱਜ ਦੇ ਦੌਰ ਦੇ ਵਿੱਚ ਇਹਨੂੰ ਆਪਣੇ ਈਦ ਤੇ ਪੜ੍ਹਦੇ ਨੇ, ਲੇਕਿਨ ਇਟਸ ਮੋਰ ਪ੍ਰੋਮਿਨੈਂਟਲੀ ਇਟ ਇਜ਼ ਪਰਸਨਲ ਲੈਮੈਂਟ ਜਾਂ ਪਰਸਨਲ ਪਟੀਸ਼ਨ ਹੈ, ਪਰਸਨਲ ਕਨਵਰਸੇਸ਼ਨ ਹੈ। ਕਿਵੇਂ ਮੈਂ ਖੁਦਾਵੰਦ ਮੇਰੀ ਰੋਸ਼ਨੀ ਔਰ ਮੇਰੀ ਨਿਜਾਤ, ਦਹਿਸ਼ਤ ਔਰ ਹੈਬਤ ਦੇ ਮੁਕਾਬਲੇ ਦੇ ਵਿੱਚ ਸਰਾਊਂਡਿੰਗ ਤੁਹਾਡੇ ਪੈਂਡੈਮਿਕ ਦੀ, ਫਾਈਨੈਂਸ ਦੀ, ਇਕੋਨਮੀ ਦੀ, ਰਿਲੇਸ਼ਨਸ਼ਿਪ ਦੀ, ਪਤਾ ਨਹੀਂ ਕਿਹੜੀ ਮੁਸੀਬਤਾਂ ਲੋਕਾਂ ਨੂੰ ਪਈਆਂ ਨੇ, ਕਿਹੜੀ ਦਹਿਸ਼ਤ ਘੇਰਦੀ ਉਹਨਾਂ ਨੂੰ, ਕਿਹੜੀ ਹੈਬਤ ਲੋਕਾਂ ਦੇ ਦਿਲਾਂ ਨੂੰ ਜਿਹੜੀ ਨਾ ਪਿਘਲਾ ਦਿੰਦੀ ਹੈ। ਜ਼ਬੂਰ ਨਵੀਸ ਦਾਊਦ ਕਹਿੰਦਾ ਜੀ ਇਹਦੇ ਮੁਕਾਬਲੇ ਦੇ ਵਿੱਚ ਮੇਰੇ ਕੋਲ ਕੀ ਹੈ, ਦੋ ਚੀਜ਼ਾਂ ਬਿਆਨ ਕਰਦਾ ਹੈ, ਬਲਕਿ ਇੱਕ ਆਇਤ ਦੇ ਵਿੱਚ ਤਿੰਨ ਚੀਜ਼ਾਂ ਨੇ। ਖੁਦਾ ਦੀ ਲਾਈਟ, ਖੁਦਾ ਦੀ ਸਲਵੇਸ਼ਨ, ਔਰ ਕਹਿੰਦਾ ਜੀ ਖੁਦਾ ਜਿਹੜਾ ਵੇ ਉਹ ਮੇਰੀ ਜ਼ਿੰਦਗੀ ਦਾ ਪੁਸ਼ਤਾ। ਪਤਾ ਕਿਹਨੂੰ ਕਹਿੰਦੇ ਨੇ, ਜਦੋਂ ਤੂਫਾਨ ਹੁੰਦਾ ਨਾ ਤੇ ਜਿਹਦੇ ਬੰਨ ਬੰਨਦੇ ਨੇ, ਜਿਹਨੂੰ ਅਸੀਂ ਕੀ ਕਹਿੰਦੇ ਆ, ਡੈਮ ਕਹਿੰਦੇ ਆ ਨਾ, ਬੰਨ ਬੰਨ ਦੇਣਾ, ਠੀਕ ਹੈ ਜੀ। ਬੰਨ ਬੰਨ ਤਾਂ ਕਿ ਪਾਣੀ ਕੀ ਹੋ ਜਾਏ, ਇੱਥੇ ਕੰਟੇਨ ਹੋ ਜਾਏ, ਉਹ ਅੱਗੇ ਨਾ ਆ ਸਕੇ। ਪੁਸ਼ਤਾ ਜਿਹੜਾ ਨਾ, ਉਹਨੂੰ ਕਿਹਾ ਗਿਆ ਲਾਈਟ ਐਂਡ ਸਲਵੇਸ਼ਨ। ਓਕੇ ਜੀ, ਦੈਟਸ ਇੰਟਰਸਟਿੰਗ। ਵੇਖੋ ਜੀ, ਪਹਿਲੀ ਆਇਤ ਦੇ ਵਿੱਚ ਲਾਈਟ ਮਤਲਬ ਨੂਰ, ਔਰ ਮੈਂ ਬਾਰ-ਬਾਰ ਤੁਹਾਨੂੰ ਦੱਸ ਚੁੱਕਿਆ ਵਾਂ ਕਿ ਖੁਦਾ ਦਾ ਕਲਾਮ ਜਿਹੜਾ ਵੇ ਉਹਨੂੰ ਹਮੇਸ਼ਾ ਕਿਹਨਾਂ ਤਸਵੀਰ ਦਿੱਤੀ ਗਈ ਹੈ, ਲਾਈਟ ਦੇ ਨਾਲ। ਲਾਈਟ ਤੇ ਖੁਦਾ ਦਾ ਕਲਾਮ ਕੀ ਹੈ, ਰੋਸ਼ਨੀ ਹੈ, ਠੀਕ ਹੈ। ਰੋਸ਼ਨੀ ਜਿਹੜੀ ਹੈ ਉਹ ਖੁਦਾ ਦੀ ਪ੍ਰੈਜ਼ੈਂਸ ਨੂੰ ਪੇਸ਼ ਕਰਦੀ ਹੈ। ਇਸ ਲਈ ਉਹ ਕਹਿੰਦੇ ਆ ਵੀ ਖੁਦਾਵੰਦ, ਇੱਥੇ ਲਫ਼ਜ਼ ਖੁਦਾਵੰਦ, ਜਿੱਥੇ ਲਫ਼ਜ਼ ਉਰਦੂ ਤਰਜਮੇ ਵਿੱਚ ਖੁਦਾਵੰਦ ਆਇਆ ਨਾ, ਉੱਥੇ ਵੀ ਲਫ਼ਜ਼ ਯਹੋਵਾ, ਖੁਦਾ ਦਾ ਪਰਸਨਲ। ਪੰਜਾਬੀ ਚ ਕੀ ਅੰਕਲ ਜੀ, ਪਰਮੇਸ਼ਵਰ ਹੈ ਕਿ ਯਹੋਵਾ ਵੇ? ਇਹ ਹਵਾ ਲਿਖਿਆ ਜੀ, ਯਹੋਵਾ, ਠੀਕ ਹੈ ਜੀ। ਹਾਂਜੀ। ਸੋ ਪੰਜਾਬੀ ਬਾਈਬਲ ਦੇ ਵਿੱਚ ਉਹਨਾਂ ਡਾਇਰੈਕਟ ਯਹੋਵਾ ਲਿਖਿਆ ਵੇ, ਜਦ ਕਿ ਇੱਥੇ ਅਸੀਂ ਵੇਖ ਕੇ ਸਾਡੇ ਕੋਲ ਖੁਦਾਵੰਦ ਤਰਜਮਾ ਕੀਤਾ ਗਿਆ ਵੇ, ਯਹੋਵਾ ਦੀ ਜਗ੍ਹਾ ਤੇ ਲਫ਼ਜ਼ ਖੁਦਾਵੰਦ ਕਿਹਾ ਗਿਆ। ਓਕੇ, ਨਾਓ ਹੁਣ ਦਾਊਦ ਕਹਿੰਦਾ, ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ, ਸਾਨੂੰ ਨਹੀਂ ਪਤਾ ਕਿ ਦਾਊਦ ਕਿਹੜੇ ਮਸਲੇ ਚ ਗੁਜ਼ਰਨ ਡਿਆ ਵੇ, ਉਹਦੀ ਲਾਈਫ ਦਾ ਕਿਹੜਾ ਦੌਰ ਜਿਹਦੇ ਵਿੱਚੋਂ ਗੁਜ਼ਰਨ ਡਿਆ ਵੇ, ਔਰ ਕਹਿਣ ਡਿਆ ਕਿ ਮੈਨੂੰ ਦਹਿਸ਼ਤ ਤੇ ਹੈਬਤ ਜਿਹੜੀ ਹੈ ਨਾ, ਉਹਦੇ ਮੁਕਾਬਲੇ ਚ ਖੁਦਾ ਦੀ ਲਾਈਟ ਔਰ ਖੁਦਾ ਦੀ ਸਲਵੇਸ਼ਨ ਜਿਹੜੀ ਨਾ,
वो मेरे कोल है। लेकिन अगर असी अगे वेखिए दूजी आयत दे विच लिखिया जब शरीर यानी मेरे मुखालिफ और मेरे दुश्मन, ओके जी, 3 चीज़ां हैं। नंबर 1 वो कौन लोग ने? शरीर ने। नंबर 2 मेरे मुखालिफ ने, और ओदे बाद मेरे दुश्मन ने। वी डजंट नो वेयर ऑन होम ही इज रेफरिंग, ठीक है, लेकिन है ने लोग, हैबत मौजूद है, दहशत मौजूद है, दुश्मन मौजूद ने, मुखालिफ मौजूद ने, ठीक है जी। और वो कारण की लगे ने लिखा जी वो मेरा गोश्त खाने को मुझ पर चढ़ आए और वो ठोकर खाकर गिर पड़े। वाह वाह वाह, मतलब कैसी बात, ठीक है। मतलब वो ਜਿਹੜਾ ਐਨ ਇਮੇਜ ਯੂਜ਼ ਕੀਤੀ ਗੋ, ਮੈਨੂੰ ਨਹੀਂ ਲੱਗਦਾ ਕਿ ਉੱਥੇ ਲੋਕ ਬੰਦਾ ਭੁੰਨ ਕੇ ਖਾ ਜਾਂਦੇ ਹੋਣਗੇ, ਬਟ ਐਕਚੁਅਲੀ ਦਿਸ ਇਜ਼ ਕਾਈਂਡ ਆਫ ਇਮੇਜਰੀ ਦਾਊਦ ਨੇ ਯੂਜ਼ ਕੀਤੀ ਹੈ ਕਿ ਮਤਲਬ ਮੈਨੂੰ ਬਰਬਾਦ ਕਰਨ ਲਈ ਲਸ਼ਕਰ ਕਸ਼ੀਆਂ ਨਾ ਕੀਤੀ, ਦੁਸ਼ਮਨ ਮੇਰੇ ਖਿਲਾਫ ਆਇਆ ਹੋਵੇ, ਠੀਕ ਹੈ, ਤੇ ਠੋਕਰ ਖਾ ਕੇ ਕੀ ਹੋਏ ਨੇ, ਡਿੱਗ ਪਏ। ਓਕੇ, ਕੁਝ ਸਕਾਲਰ ਨੇ ਜਿਹੜੇ ਸਮਝਦੇ ਨੇ ਕਿ ਇਹਦੇ 2 ਮਾਇਨੇ। ਨੰਬਰ 1 ਇੱਕ ਕੋ ਸਮਝਦੇ ਨੇ ਕਿ ਹੀ ਇਜ਼ ਟਾਕਿੰਗ ਅਬਾਊਟ ਐਕਸਟਰਨਲ ਐਨੀਮੀਜ਼ ਜਿਹੜੇ ਕਿ ਸਾਰੀ ਜ਼ਿੰਦਗੀ ਨੂੰ ਸਾਹਮਣਾ ਰਿਹਾ ਹੋਵੇ। ਕੁਝ ਕਹਿੰਦੇ ਨੇ ਐਕਚੁਅਲੀ ਡੇਵਿਡ ਇਜ਼ ਟਾਕਿੰਗ ਅਬਾਊਟ ਹਿਸ ਓਨ ਇੰਟਰਨਲ ਈਵਲਸ, ਇੰਟਰਨਲ ਵਾਈਬਸ ਜਿਹੜੀਆਂ ਨੇ। ਤੁਹਾਨੂੰ ਯਾਦ ਨਾ ਕਿ ਬੰਦੇ ਜਿਹੜੇ ਨੇ, ਇਨਸਾਨ ਜਿਹੜਾ ਹੈ, ਸਾਰਿਆਂ ਨਾਲੋਂ ਪਹਿਲਾ ਸਾਹਮਣਾ ਉਹਨੂੰ ਆਪਣੇ ਆਪ ਨਾਲ ਕਰਨਾ ਪੈਂਦਾ, ਆਪਣੀ ਡਾਰਕਨੈਸ ਦੇ ਨਾਲ, ਆਪਣੀ ਜਿਹਦੇ ਅੰਦਰ ਤਾਰੀਕੀ ਹੈ, ਜਿਹੜੇ ਅੰਦਰ ਸਾਡੇ ਗੁਨਾਹ ਲੁਕਿਆ ਹੁੰਦਾ ਨਾ, ਜਿਹੜਾ ਜਿਹਨੂੰ ਆਪਣਾ ਪੌਲੁਸ ਰਸੂਲ ਕਹਿੰਦਾ ਵੇ ਕਿ ਜੀ ਮੇਰੇ ਅੰਦਰ ਲੜਾਈ ਜਾ ਰਹੀ ਹੈ, ਆਂਦਾ ਮੈਂ ਜੋ ਕਰਨਾ ਚਾਹਨਾ ਉਹ ਤੇ ਮੇਰੇ ਕੋਲ ਹੁੰਦਾ ਕੋਈ ਨਹੀਂ, ਜੋ ਮੈਂ ਨਹੀਂ ਕਰਨਾ ਚਾਹੁੰਦਾ ਮੇਰੇ ਕੋਲ ਕੀ ਹੈ ਉਹ ਹੋ ਜਾਂਦਾ ਹੈ, ਠੀਕ ਹੈ। ਸੋ ਇਟਸ ਇੰਟਰਨਲ ਫਾਈਟ ਆਲਸੋ। ਸੋ ਦੋਵੇਂ ਆਪਸ਼ਨ ਨੇ, ਐਕਸਟਰਨਲ ਐਨੀਮੀਜ਼ ਐਜ਼ ਵੈਲ ਐਜ਼ ਇੰਟਰਨਲ ਜਿਹੜੀਆਂ ਉਹਦੀਆਂ ਇੰਪਲਸਸ ਨੇ, ਦੋਵਾਂ ਨੂੰ ਇੱਥੇ ਕਿਹਾ ਗਿਆ ਹੈ। लेकिन आगे देखो कंट्रास्ट की देंगे तीसरी आयत में, अंदर खा मेरे खिलाफ लश्कर, वो एक बंदा भी नहीं, पूरा पूरा लश्कर अंदर मेरा दिल नहीं डरेगा। रीजन की ये आगे देखो, ख्वा मेरे मुकाबले में जंग बरपा हो, देखो इमेज, क्योंकि he was warrior actually, that's why now he is using the image of a war or a battle कि लश्कर आ गया वे, जंग बरपा हो गई जनाब, घुमसान दा रन छिड़ पिया वे, तो भी मैं खातिर जमा रखूंगा, मतलब इतने I will trust in the Lord. So God is my light, God is my dam, God is my salvation, and God is my trust. तो एक चीज देखी होगी, पैंडेमिक तो आया ना, जिन्ने हैं ना साइंटिस्ट और जिन्ने सोशल मीडिया ते या जिन्ने हुकूमतां वाले लोग होंदे हैं, तो एक चीज नोट की होगी, उन्होंने ये सारी टर्मा यूज कीतियां ने अपनी कन्वर्सेशन दे विच, वी आर इन अ वॉर विद अ इनविजिबल एनिमी। ओके, गौर कीता अगर करिए, अगर तुम खबरां सुनिया हो ना और बयान सुने होन सियासी लीडरां दे और डॉक्टरां दे और गवर्नमेंट दे, हर किते वी आर इन अ वॉर, इनविजिबल एनिमी, और जनाब डोंट बी फियर, डोंट बी पैनिक, एवरीथिंग इन कंट्रोल, मतलब दे वर यूजिंग सेम लैंग्वेज जिहड़ी के खुदा दे कलाम ने ऑलरेडी की कीती हुई है, सानू इस्तेमाल कीती हुई है, ठीक है। Although they put our trust and our hope in the pharmaceutical experiments, जब कि इत्थे खुदा दा कलाम सानू कह रहा है कि सानू जिहड़ा अपना ट्रस्ट है, अपनी होप कित्थे रखनी चाहिए, खुदा ते रखनी चाहिए। ओके, तीसरी आयत तो वेखोगे जी, चौथी आयत तो सॉरी सेकंड पार्ट शुरू हो जाए, सेकंड स्टैंजा, उत्थे टोन जिहड़ी वो चेंज होंदी है। और टोन किवें चेंज होंदी है? आंदा जी मैंने खुदावंद से एक दरखास्त की है। ओके जी, हियर यू गो। बहुत सारे दरखास्त नहीं ने, तो पता इतने वेखो, इतने दुआ का बड़ा अच्छा पैटर्न है, वेखो बाय द वे दाऊद की दुआ का पैटर्न बड़ा अच्छा है। तो वेखिया कि इतने किसी बंदे ने दुआ करने लिए कही ना, भाई जी रोटी लिए दुआ करो, और रोटी लिए तो पता नहीं करते हैं कि नहीं, वो शुरू होंगे ने जनाब फाणे नूं बरकत दे, टमकाणे नूं बरकत देंदे, उहनूं हील करदे, फाणे नूं हील करदे, और जनाब वो शुरू होंगे ने अमृतसर तो लैके ते पेशावर तक होंगे ने, ते असल विच भुल ही जांदे ने मैं जाना कित्थे सी, ठीक है। सो टू बी प्रिसाइज, जिहड़े काम लई कहा जाए, जिहड़ी जगह ते मौजूद हो, टू बी प्रिसाइज, टू बी फोकस कि तुसीं दुआ की करनी, ठीक है। सो इसलिए जिहड़े ना रटी रटाइयां रगड़ियां पुराने तड़के ला के दुआवां, दैट्स नॉट गोना वर्क एक्चुअली। जो खुदा तुहानूं मौका दे दुआ करन दा, पर्सनल, प्राइवेट और पब्लिकली, टू बी प्रिसाइज, टू बी फोकस। आंदा जी मैं एक दरखास्त की दरखास्त की है, आंदा मैं दरखास्त की है और मैं ओदा ही तालब, मैं ओदे मगर लगाना कि पंजाबी च अपलोड दी चौथी आयत पहला हिस्सा की कहंदे, पहली आयत की कहंदे जी, मैं यहोवा तो एक गल मंगी है, हां अते मैं ओही पालांगा। ओही मैं एक गल मंगी है ते ओही पालांगा। आंदा मैं खुदा दे कोलों एक ही गल मंगी है ते मैं ओही सामभ जावां ना, ते बड़ी गल है, ठीक है ना। बजाय दे कि मैं एडा ढेर इकट्ठा करना ते बाद च मैनूं समझ ना आए कि मैं किधर नूं निकलना है।
ਸਿਸਟਰ ਜੋਤੀ ਤੁਹਾਡੇ ਕੋਲ ਵੀ ਸੇਮ ਆਇਤ ਹੈ ਜੀ ਦੀ? मेरे को लिखा है मैं प्रभु तो केवल एक ही वरदान मंगया है जो जीवन भर परमेश्वर दे घर विच रह सका। ओके थैंक यू। ਇਹੋ ਹੀ ਕੀ ਮੰਗਿਆ ਮੈਂ? वरदान। वाह क्या बात है जी, मैं वही वरदान मंगया और वरदान ने की मंगया जी। ओके जी, हियर यू गो, नाउ ही इज नैरो डाउन। ओके बाहर की होंडे है ਉਹ ਆਂਦਾ ਖਸਮਾਂ ਨੂੰ ਖਾਓ, ਮੈਨੂੰ ਨਹੀਂ ਪਤਾ क्यों, क्योंकि मेरा ट्रस्ट, मेरा भरोसा करे ते मेरे को लाइट है खुदा दी, मेरे को खुदा दा ट्रस्ट है। तो बाहर जो कुछ होंडे ना मैनू हैबत है ना मैनू दहशत है, मैनू कोई परवाह को नहीं, बाहर लश्कर दे लश्कर कशी करी है, आई हैव नो कंसर्न व्हाई। अंदर मेरा ध्यान, मेरा वरदान, मेरी सोच, मेरी जेडे अंदर जेड़ा थॉट प्रोसेस की चलन दिया वे, मैं उम्र भर खुदावंद के घर में रहूं। ओहो तो लगदा वे डे ड्रीमिंग, डे ड्रीमिंग पता हर बंदा करदा है, ठीक है ना। तो वेखो है नौजवान जो बच्चे वड्डे हुंदे ना, टीनेज जांदे ने, उन्हां दे कई हार्मोनिक चेंजेस होंदे हुंदे ने बॉडी दे विच ना। कईयां नूं अपने ड्रीम दा हुंदा वे कि जी मैं फलानी जगह जाना वे, मैं फलाना प्रोफैशन लैना वे, मैं जनाब फलानी फील्ड च जाना वे। कईयां नूं क्रश आए हुंदे ने, जनाब किसी दा फलाने दे क्रश आया हुंदा, किसी दा फमकाने दे क्रश आया हुंदा वे। मतलब अंदाजा लगाओ कि वो फिर ना उससे डे ड्रीमिंग च रहिंदे ने, अपनी ड्रीम दिन रात उन्हां नूं इक्को ही सोच रहिंदी है, ठीक है ना। इत्थे मैनूं इंज लगन दिया वे कि दाऊद रैन ना ਉਹਦੇ ਆਲੇ ਦੁਆਲੇ ਹਾਲਾਤ ਠੀਕ ਨਹੀਂ ਨੇ, ਆਲੇ ਦੁਆਲੇ chaos ਹੈ, crisis ਦੇ ਵਿੱਚ ਰਹਿਣ ਡਿਆ, लेकिन when he switch his mind he right away jump into the daydreaming, ठीक है। और ਉਹਦੀ desire ਕੀ ਹੈ, daydreaming ਕੀ ਹੈ, ਆਂਦਾ ਜੀ ਕਿ ਮੈਂ ਉਮਰ ਭਰ ਆਂਦਾ ਮੈਂ ਖੁਦਾ ਦੇ ਘਰ ਜਾਣਾ, ਉੱਥੇ ਮੈਂ ਕੀ ਕਰਾਂਗਾ ਹੁਣ, ਤਾਂ कि here you go interestingly खुदावंद के, मेरे को उर्दू च लिखा है खुदावंद के जमाल को देखूं, ओहो, और उसकी हैकल में इस्तफसार किया करूं। जरा पंजाबी पढ़ो, जरा चौथी आयत की है जरा, इसमें जो जरा पढ़ो। मैं इसे ਦੀ ਭਾਲ ਕਰਾਂਗਾ ਤਾਂ ਜੋ ਮੈਂ ਪ੍ਰਭੂ ਦੀ ਸੁੰਦਰਤਾ ਦੇ ਦਰਸ਼ਨ ਕਰਾਂ ਅਤੇ ਉਸ ਦੇ ਮੰਦਰ ਵਿੱਚ ਰਹਾਂ। ਹਾਂਜੀ, ਉਹਦੇ ਮੰਦਰ ਵਿੱਚ ਰਹਾਂ, ਉਹਦੇ ਮੰਦਰ ਵਿੱਚ, ਠੀਕ ਹੈ। ਮੈਂ ਕਹਾਂ ਜੀ ਤੁਹਾਡੇ ਕੋਲ ਕੀ ਹੈ? ਮੈਂ ਯਹੋਵਾ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਾਲਾਂਗਾ ਕਿ ਮੈਂ ਜੀਵਨ ਭਰ ਯਹੋਵਾ ਦੇ ਘਰ ਵਸਾਂ, ਤਾਂ ਜੋ ਮੈਂ ਯਹੋਵਾ ਦੀ ਮਨੋਹਰਤਾ ਨੂੰ ਤੱਕਾਂ ਅਤੇ ਉਸ ਦੀ ਹੈਕਲ ਵਿੱਚ ਧਿਆਨ ਕਰਾਂ। ਵਾਹ ਵਾਹ, ਤਿੰਨ ਲਫ਼ਜ਼ ਆਏ ਨੇ ਸਾਡੇ ਕੋਲ, ਵੇਖ ਲਓ ਹੁਣ। ਸਿਸਟਰ ਜੋਤੀ ਲਵ ਸਾਨੂੰ ਦੱਸਿਆ ਵੇ ਖੁਦਾਵੰਦ ਦੀ ਸੁੰਦਰਤਾ, ਆਹਾ ਕੀ ਪੋਇਟਰੀ ਹੈ। ਅੰਕਲ ਨੇ ਕਿਹਾ ਜੀ ਮਨੋਹਰਤਾ, और साढ़े को उर्दू च मैं खुदावंद के जमाल, अंग्रेजी अगर मैं गलती ना करा तो होएगा टू द ब्यूटी ऑफ द, खुदा दी खूबसूरती जिहड़ी है, सुंदरता जिहड़ी है, खुदा दी जिहड़ी मनोहरता वे, मतलब कि जिथे बंदा वेख के ते गुम ही हो जाए, मतलब ठीक है ना कि जनाब मैं की नज़ारा वेख लिया, ठीक है जी। ਉਹ ਨਾ ਹਾਤਮ ਤਾਈ ਦੀ ਸਟੋਰੀ ਨਾ ਬਚਪਨ ਵਿੱਚ ਹੁੰਦੀਆਂ ਹਨ, ਉਹਦੇ ਵਿੱਚ ਇੱਕ ਹੁੰਦਾ ਸੀ ਇੱਕ ਸਟੋਰੀ, ਇੱਕ ਜਦੋਂ ਹਾਤਮ ਤਾਈ ਜਦੋਂ 7 ਮੁxtਲਿਫ ਮਿਸ਼ਨ ਤੇ ਜਾਂਦੇ ਨਾ, ਉਹਦੇ ਚ ਇੱਕ ਮਿਸ਼ਨ ਹੁੰਦਾ ਵੇ ਕਿ ਜੀ ਜਾ ਤੇ आप पहेली खोज के लिया, एक बार देखना है, देखा है फिर देखने की चाहत है, कि जी ਲੱਭ के लिया कि ਇਹਦਾ मतलब ਕੀ ਹੈ, एक बार देखा है फिर देखने की आरज़ू है या चाहत है। तो ਅਸੀਂ ਵੇਖਦੇ ਜੀ ਆਂਦਾ ਕਿ ਮੈਂ ਕੀ ਵੇਖਾਂ, आंदे मैं एक तो मैं खुदा दे घर च रहां, लेकिन मैं उत्थे जाके करांगा की, फोकस ओदा किदे ते होएगा, ऐ नहीं होएगा कि चंदा केड़ा किन्ना पांडे है, ऐ नहीं होएगा कपड़े अज कौन केड़े पा के आया है, ऐ नहीं होएगा कि जनाब फलाने बंदे ने अज मैनू सलाम नहीं कीती ते फलाने बंदे ने जनाब अज उन्हें हाथ नहीं खड़े कीते, मैं ते हालेलुया करदा रहा, उन्हें जवाब नहीं दिता, ठीक है। फोकस ऐ नहीं है कि मेरे नाल बैठा या आले दुआले की हो रहा, फोकस की है कि मैं खुदावंद के जमाल को देखूं, मैं खुदा दी सुंदरता वेखा, खुदा दी मनोहरता वेखा, खुदा दी खूबसूरती वेखा, आंदा ते मेरे डेरे खुदा दी हैकल च लग, मैं रवां ही उत्थे, ठीक है जी। ਇਹ ਵੈਸੇ ਹਰ ਬੰਦੇ ਦਾ ਡ੍ਰੀਮ ਹੈ, ਹਰ ਜਿਹੜਾ ਸ਼ਖਸ ਡਿਵੋਟਡ ਹੈ, ਜਿਹਦੀ ਲਗਨ ਖੁਦਾ ਨਾਲ ਲੱਗੀ ਹੋਈ ਹੈ ਨਾ, ਜਿਹੜਾ ਦਿਲ ਖੁਦਾ ਨਾਲ ਰਲਿਆ ਹੋਇਆ ਹੈ, ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਖੁਦਾ ਦੀ ਹਜ਼ੂਰੀ, ਖੁਦਾ ਦੇ ਲੋਕਾਂ ਦੇ ਨਾਲ, ਔਰ ਖੁਦਾ ਦੀ ਹੈਕਲ ਜਿੱਥੇ ਖੁਦਾ ਦਾ ਤਖਤ ਲੱਗਦਾ ਵੇ ਨਾ, ਉਹ ਜਨਾਬ 24 ਘੰਟੇ ਉੱਥੇ ਬਸ ਬੈਠਾ ਰਹੇ ਚੁੱਪ ਕਰਕੇ, ਸਾਧੂ ਸੰਤ ਬਣ ਕੇ ਦੁਨੀਆ ਭੁੱਲ ਜਾਏ ਤੇ ਜਨਾਬ ਆਪਣਾ ਪਿੱਛੇ ਭਾਵੇਂ ਬਾਲ ਬੱਚੇ ਰੋਂਦੇ ਰਹਿਣ, ਜੋ ਮਰਜ਼ੀ ਹੁੰਦਾ ਰਹੇ, ਠੀਕ ਹੈ, ਮੈਂ ਜਨਾਬ ਚਿਲ ਮਾਰਾਂ ਤੇ ਮੈਂ ਖੁਦਾ ਦੇ ਘਰ ਬਹਿ ਕੇ ਬਸ ਭਗਤੀ ਤੇ ਭਜਨ ਕਰਦਾ ਰਹਾਂ। ਓਕੇ, ਆਂਦਾ ਵਜ੍ਹਾ ਕੀ ਹੈ, वजह है क्योंकि मुसीबत के दिन जो मेरे से आफत आ पाएगी, मुसीबत आ रहेगी, वो मुझे अपने शामियाने में पोशीदा रखेगा, ही विल कवर मी,
That's interesting. ਮੇਰੇ ਜਿਸੋ ਬਾਈਬਲ ਦੱਸਦੀ ਹੈ ਕਿ ਸਾਡੇ ਚ ਕੋਈ ਖੁਦਾ ਨੂੰ ਵੇਖ ਨਹੀਂ ਸਕਦਾ, ਠੀਕ ਹੈ, ਬਿਕੋਜ਼ God is a wind, God is a spirit। ਯਿਸੂ ਮਸੀਹ ਨੇ ਮੁਕਾਸ਼ਫਾ ਦਿੱਤਾ ਸੀ ਖੁਦਾ ਰੂਹ ਹੈ ਔਰ ਜ਼ਰੂਰ ਹੈ ਕਿ ਉਸਦੇ ਪਰਸਤਾਰ। then how ਅਗਰ ਅਸੀਂ ਨਹੀਂ ਵੇਖ ਸਕਦੇ ਤੇ ਫਿਰ ਅਸੀਂ ਕਿਵੇਂ ਬਿਲੀਵ ਕਰਨਾ ਹੈ ਕਿ ਖੁਦਾ ਸਾਨੂੰ ਵੇਖਣ ਡਿਆ? okay, that's a very big question, actually it's a logical deep question। there are different answers। ਦੋ ਚੀਜ਼ਾਂ ਜਿਹੜੀਆਂ ਨਾ, ਇੱਕ ਤਾਂ ਹੈ ਕਿ ਥਰੂ ਸੈਕਰਾਮੈਂਟ ਜਿਹੜੇ ਅਸੀਂ ਬਾਈਬਲ ਮੁਕੱਦਸ ਦੇ ਵਿੱਚ ਖੁਦਾ ਨੇ ਯਿਸੂ ਮਸੀਹ ਨੂੰ ਦਿੱਤੇ ਨੇ, ਥਰੂ ਸੈਕਰਾਮੈਂਟ ਬਪਤਿਸਮੇ ਦੇ ਵਸੀਲੇ, ਅਸ਼ਾਇਰ ਬਾਣੀ ਦੇ ਵਸੀਲੇ, ਖੁਦਾ ਦੇ ਕਲਾਮ ਦੇ ਪੜ੍ਹੇ ਜਾਣ ਦੇ ਵਸੀਲੇ ਅਸੀਂ ਖੁਦਾ ਦੀ ਆਵਾਜ਼ ਨੂੰ, ਖੁਦਾ ਦੀ ਪ੍ਰੈਜ਼ੈਂਸ ਨੂੰ ਫੀਲ ਕਰਨਾ ਹੈ, ਠੀਕ ਹੈ। ਥਰੂ ਆਰਟ, ਥਰੂ ਡਿਜ਼ਾਈਨ, ਆਰਕੀਟੈਕਟ, ਥਰੂ ਦਾ ਸਪੇਸ ਜਿੱਥੇ ਅਸੀਂ ਬੈਠੇ ਹੁੰਦੇ ਹਾਂ, ਮਤਲਬ ਖੁਦਾ ਸਾਡੇ ਨਾਲ ਉਹਨਾਂ ਚੀਜ਼ਾਂ ਦੇ ਜ਼ਰੀਏ ਕੀ ਕਰਦਾ ਵੇ, ਕਲਾਮ ਕਰਦਾ ਵੇ। ਖੁਦਾ ਸਾਨੂੰ ਵਹਿੰਦਾ ਵੇ, ਅਸੀਂ ਉਹਨਾਂ ਨੂੰ ਵੇਖ ਸਕਦੇ ਲੇਕਿਨ ਖੁਦਾ ਕੀ ਕਰਦਾ ਸਾਨੂੰ ਉਹਨਾਂ ਦੇ ਜ਼ਰੀਏ ਵਹਿੰਦਾ ਵੇ, ਐਂਡ ਦੈਟਸ ਹਾਊ ਵੀ ਕਨੈਕਟ ਵਿਦ ਗॉड। ਸੋ ਜ਼ਬੂਰ ਨੂੰ ਜਿੱਥੇ ਕਹਿ ਰਿਹਾ ਵੇ ਕਿ ਖੁਦਾ ਨੂੰ ਤੇ ਮੈਂ ਨਹੀਂ ਵੇਖ ਸਕਦਾ ਲੇਕਿਨ ਮੈਨੂੰ ਖੁਦਾ ਜ਼ਰੂਰ ਵੇਖੇਗਾ ਜਦੋਂ ਮੈਂ ਖੁਦਾ ਦੀ ਹੈਕਲ ਦੇ ਵਿੱਚ ਔਰ ਖੁਦਾ ਦੇ ਸ਼ਾਮੈਨੇ ਦੇ ਵਿੱਚ ਆਵਾਂਗਾ ਤਾਂ ਖੁਦਾ ਮੈਨੂੰ ਕਵਰ ਕਰ ਲੇਗਾ, ठीक है, he will cover me। इंटरेस्टिंग, खैमे के पर्दे में वो मुझे अपने खैमे के पर्दे में छिपा लेगा, वो मुझे चट्टान पर चढ़ा देगा। ओके जी, ਤੁਸੀਂ ਤੇ ਵੇਖਣ ਦੇ ਇੱਕ ਚੀਜ਼ ਤੁਹਾਨੂੰ ਪਤਾ ਵੇ ਕਿ ਇਹ ਜਦੋਂ ਯੌਮੇ ਕਫਾਰਾ ਲੰਘਿਆ ਨਾ, ਹੁਣ ਪਤਾ ਕੀ ਹੋ ਰਿਹਾ ਵੇ, ਹੁਣ ਜੂਇਸ਼ ਟ੍ਰੈਡੀਸ਼ਨ ਦੇ ਵਿੱਚ ਅਗਲੇ 7 ਦਿਨ ਜਿਹੜੇ ਨੇ ਯਹੂਦੀ ਕੌਮ ਜਿਹੜੀ ਹੈ they will represent living in a tent, ਯਾਨੀ ਹੁਣ ਸਕੂਤ ਚੱਲਣ ਦੇ ਆਵੇ ਖੈਮਿਆਂ ਦੀ ਈਦ ਜਿਹਨੂੰ ਕਹਿੰਦੇ ਨਾ, ਹੁਣ ਖੈਮੇ ਬਣਾ ਕੇ ਔਰ ਉਹਨੂੰ ਕੋਸ਼ਿਸ਼ ਕਰਦੇ ਨੇ, ਜਿਹੜੇ ਲੋਕੀ ਖੈਮੇ 'ਚ ਨਹੀਂ ਰਹਿੰਦੇ ਆਪਣੇ ਘਰਾਂ ਦੇ ਬੈਕਯਾਰਡ ਦੇ ਵਿੱਚ ਜਿੱਥੇ ਉਹਨਾਂ ਕੋਲ ਜਗ੍ਹਾ ਹੁੰਦੀ ਆ ਉਹਨੂੰ ਡਿਜ਼ਾਈਨ ਕਰਦੇ ਨੇ ਇਸ ਤਰੀਕੇ ਦੇ ਨਾਲ ਕਿ ਦੇ ਰੀਕਾਲ ਰਿਮੈਂਬਰ ਕਿ 40 ਸਾਲ ਤੱਕ ਉਹਨਾਂ ਦੇ ਜਿਹੜੇ ਪਿਓ ਦਾਦੇ ਹਨ, ਅਜਦਾਦ ਜਿਹੜੇ ਹਨ, ਉਹ ਬਿਆਬਾਨ ਦੇ ਵਿੱਚ ਖੈਮਿਆਂ ਦੇ ਵਿੱਚ ਰਹੇ ਸਨ, ਠੀਕ ਹੈ ਜੀ। ਇੱਥੇ ਐਕਚੁਅਲੀ ਉਹੀ ਕਨਸੈਪਟ ਹੈ, ਖੁਦਾ ਮੈਨੂੰ ਆਪਣੇ ਖੈਮੇ 'ਚ ਕੀ ਕਰੇਗਾ, ਲਗਾ ਲਏਗਾ, ਮੈਨੂੰ ਖੁਦਾ ਛੁਪਾ ਲਏਗਾ। ਓਕੇ ਨਾ ਆਂਦਾ ਫਿਰ ਕੀ ਹੋਏਗਾ, ਆਂਦਾ ਫਿਰ ਮੈਂ ਜਦੋਂ ਮੈਨੂੰ ਖੁਦਾ ਛੁਪਾ ਲਏਗਾ ਤੇ ਹੁਣ ਵੇਖੋ ਜ਼ਰਾ ਉਹਦੀ ਇਮੇਜਿਨੇਸ਼ਨ ਵੇਖੋ ਤਾਂ ਕਿੱਥੇ ਲੈ ਕੇ ਜਾ ਰਹੀ ਹੈ। ਆਂਦਾ ਜਦੋਂ ਖੁਦਾ ਮੇਰੀ ਚਟਾਨ ਹੈ, ਜਦੋਂ ਮੈਂ ਖੁਦਾ ਦੇ ਖੈਮੇ 'ਚ ਲੁਕ ਜਾਵਾਂਗਾ, ਖੁਦਾ ਦੇ ਕੋਲ ਮੈਂ ਇਸਤਫਸਾਰ ਖੁਦਾ ਦੀ ਖੂਬਸੂਰਤੀ ਵੇਖਾਂਗਾ, ਫਿਰ ਕੀ ਹੋਏਗਾ, ਹੁਣ ਐਕਸਟਰਨਲ ਵਰਲਡ 'ਚ ਕੀ ਹੋਏਗਾ। अब आंदा ਜਦੋਂ मैं काम कर लांगा, अब मैं अपने चारों तरफ के दुश्मनों पर क्या किया जाऊंगा जी, सरफराज किया जाऊंगा, एलिवेट किया जाऊंगा। मैं हुण उन सारा तो खुदा मैनू उत्ते लै लेगा और आंदा ਜਦੋਂ ਮੈਨੂੰ ਉੱਤੇ ਲੈ ਜਾਏਗਾ ਤੇ then what my response will be, ਉੱਥੇ ਬਹਿ ਕੇ ਤੇ ਮੈਂ ਬਸ ਇੰਜੋਏ ਕਰਾਂਗਾ, ਉੱਥੇ ਮੈਂ ਖੁਦਾ ਨੂੰ ਭੁੱਲ ਜਾਵਾਂਗਾ, ਉੱਥੇ ਮੈਂ ਕਹਾਂਗਾ ਬਸ ਖੁਦਾ ਇੰਨਾ ਹੀ ਕੰਮ ਸੀ, ਹੁਣ ਤੂੰ ਆਪਣਾ ਰਾਹ ਫੜ ਦੇ, ਮੈਂ ਆਪਣਾ ਰਾਹ ਫੜਨਾ, ठीक है, मैं जो मर्जी करी जावा। नाउ आई एम सिक्योर, आई एम इन अ सेफ प्लेस, ठीक है, मेरे को फाइनेंशियल सिक्योरिटी है, मेरे को हेल्थ सिक्योरिटी है, मेरे को जनाब अमरीका दा, इंग्लैंड दा, यूरोप दे मुल्कां दा पासपोर्ट है, मैनू हुण कोई बंदा हाथ नहीं ला सकदा, आई एम सिक्योर एंड आई एम साइलेंट नाउ। नो रिस्पॉन्स की, मैं उसके खैमे में खुशी की कुर्बानियां गुजारूंगा। वाह वाह वाह, रिजॉइसिंग, ओके, खुशी, शादमानी, कुर्बानियां, ओके, दैट्स द वे ऑफ offering God, खुदा दा शुक्रगुजारी करना कि खुदा ने मैनू सरफराज किया, खुदा ने मैनू बचाया, खुदा ने मैनू कायम किया वे, खुदा मैनू कट के लै आवे ऐसी जगह तो जिथे मैं नहीं रहना चाहता या चाहती। सो नाउ व्हाट आई विल डू, मैं उसके खैमे में खुदा दे घर दे विच खुशी की कुर्बानी गुजरानूंगा, मैं गाऊंगा, मैं खुदावंद की मदहा सराई। वाह वाह, दो चीज़ां इत्थे मेरे ध्यान च आ रही ने, दो आयतां ने। यशुआ की किताब जरा अगर खोलो, पहला बाब सिस्टर ज्योति, ओदी 3 ते 5 आयत, ते अंकल जोशुआ तुसी अगर कड्डो जरा इब्रानियों दा खत, ते अगर तुसी ओदा 13वां बाब जेड़ा ना और 13वें बाब की 15वीं 16वीं आयत, पहला जरा यशुआ पढ़ दो जी, पहला बाब 3 तो 5 है। मैं पढ़ांगी यहोशुआ ਉਹਦਾ 1 ਬਾਬ ਉਹਦੀ 3 ਤੋਂ 5 ਆਏ। ਜਿਸ ਤਰ੍ਹਾਂ ਮੈਂ ਮੂਸਾ ਨਾਲ ਪ੍ਰਤਿਗਿਆ ਕੀਤੀ ਸੀ, ਉਸ ਅਨੁਸਾਰ ਇਹ ਸਾਰੀ ਧਰਤੀ ਮੈਂ ਤੈਨੂੰ ਅਤੇ ਸਭ ਇਜ਼ਰਾਈਲੀਆਂ ਲੋਕਾਂ ਨੂੰ ਦੇਵਾਂਗਾ। ਜਿੱਥੇ ਜਿੱਥੇ ਤੂੰ ਜਾਵੇਂਗਾ, ਤੁਹਾਡੀਆਂ ਹੱਦਾਂ ਉਜਾੜ ਤੋਂ ਲੈ ਕੇ ਲਬਾਨੋਨ ਤੱਕ ਅਤੇ ਅੱਗੇ ਵੱਡੇ ਦਰਿਆ ਫਰਾਤ ਤੋਂ ਹਿੱਤੀ ਲੋਕਾਂ ਦੇ ਦੇਸ਼ ਤੋਂ ਦੀ ਹੁੰਦੀਆਂ ਹੋਈਆਂ ਪੱਛਮ ਵਿੱਚ ਵੱਡੇ ਸਮੁੰਦਰ ਤੱਕ ਹੋਣਗੀਆਂ। ਜੀਵਨ ਭਰ ਤੇਰਾ ਟਾਕਰਾ ਕੋਈ ਦੂਜਾ ਨਹੀਂ ਕਰ ਸਕੇਗਾ। ਮੈਂ ਜਿਸ ਤਰ੍ਹਾਂ ਮੂਸਾ ਦੇ ਨਾਲ ਰਿਹਾ ਹਾਂ, ਮੈਂ ਤੇਰੇ ਨਾਲ ਵੀ ਰਹਾਂਗਾ। ਮੈਂ ਤੈਨੂੰ ਕਦੀ ਵੀ ਨਹੀਂ ਛੱਡਾਂਗਾ ਅਤੇ ਨਾ ਹੀ ਤੇਰੇ ਤੋਂ ਦੂਰ ਹੋਵਾਂਗਾ।
ਤੂੰ ਤਕੜਾ ਹੋ ਅਤੇ ਹੌਸਲਾ ਰੱਖ, ਕਿਉਂਕਿ ਇਹ ਧਰਤੀ ਜਿਸ ਤੇ ਇਹਨਾਂ ਲੋਕਾਂ ਨੂੰ ਦੇਣ ਦੀ ਪ੍ਰਤਿਗਿਆ ਮੈਂ ਇਹਨਾਂ ਦੇ ਪੁਰਖਿਆਂ ਨਾਲ ਕੀਤੀ ਸੀ, ਇਹ ਧਰਤੀ ਤੇਰੇ ਦੁਆਰਾ ਉਹ ਪ੍ਰਾਪਤ ਕਰਨਗੇ। थैंक यू जी। उर्दू जिसे पढ़ी ना जो उर्दू लिखा हुआ तो खौफ ना खा, ठीक है, खौफ ना खा और तू परेशान, तेरा दिल ना घबराए। क्यों? खुदा कहता है जैसे मैं मूसा के साथ था वैसे ही मैं तेरे भी साथ, ठीक है, खुदा का प्रॉमिस होगी, ठीक है। तो सरफराजी खुदा कहता जिथे जिथे तेरे पैर दा की टिकेगा, तलवा टिकेगा, ओ जगह मैं की करांगा, तू सरफराजी मैं तेन दवांगा, कामयाबी तेरे पैरों में चुमेगी जनाब, तू कामयाब होएगा। तो दैट्स हाउ व्हेन हैपन, ਜਦੋਂ ਤੈਨੂੰ ਦਿਨ ਤੇ ਰਾਤ ਕੀ ਰਹੇਗਾ, ਮੇਰੀ ਸ਼ਰੀਅਤ ਦਾ, ਮੇਰੀ ਲਾਈਟ ਦਾ, ਮੇਰੇ ਕਵਾਨੀਨ ਦਾ ਤੈਨੂੰ ਕੀ ਰਹੇਗਾ, ਧਿਆਨ ਜਦੋਂ ਰਹੇਗਾ, then you will be elevated। ਓਕੇ ਅੰਕਲ ਜੀ, ਹੁਣ ਅਸੀਂ ਆਉਂਦੇ ਹਾਂ ਜੀ ਕਿ ਨਵੇਂ ਐਤਨਾਮੇ ਦੇ ਵਿੱਚ ਜਿਹੜਾ ਦਾਊਦ ਨੇ ਤੇ ਕਿਹਾ ਨਾ, ਸ਼ੁਕਰਗੁਜ਼ਾਰੀ ਦੀ ਕੁਰਬਾਨੀ, ਖੁਸ਼ੀ ਦੀ ਕੁਰਬਾਨੀ ਮੈਂ ਗਾਵਾਂਗਾ, ਮਦਹਸਰਾਈ ਕਰਾਂਗਾ ਖੁਦਾ ਦੇ ਸਾਹਮਣੇ, ਉਹਨੂੰ ਨਵਾਂ ਐਤਨਾਮਾ ਕਿਵੇਂ ਬਿਆਨ ਕਰਦਾ ਵੇ? ਹਾਂਜੀ, ਇਬਰਾਨੀਓ 13 ਬਾਬ ਉਹਦੀ 15 ਐਤ ਤੋਂ ਲੈ ਕੇ 17ਵੀਂ ਆਇਤ ਤੱਕ। ਹਾਂ 16 ਤੱਕ ਬਸ। ਅੱਛਾ, ਸੋ ਅਸੀਂ ਉਹਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਹਨਾਂ ਬੁੱਲਾਂ ਦਾ ਫਲ ਜਿਹੜੇ ਉਹਦੇ ਨਾਮ ਨੂੰ ਮੰਨ ਲੈਂਦੇ ਹਨ, ਪਰਮੇਸ਼ਵਰ ਦੇ ਅੱਗੇ ਸਦਾ ਚੜਾਇਆ ਕਰੀਏ, ਪਰ ਭਲਾ ਕਰਨੋਂ ਅਤੇ ਪਰਉਪਕਾਰ ਕਰਨੋਂ ਨਾ ਭੁੱਲੀਏ, ਕਿਉਂਕਿ ਅਜਿਹੀਆਂ ਬਲੀਦਾਨਾਂ ਤੋਂ ਪਰਮੇਸ਼ਵਰ ਪ੍ਰਸੰਨ ਹੁੰਦਾ ਹੈ। ਓਕੇ, ਹੇਅਰ ਯੂ ਗੋ। ਵੇਖਣ ਦੇ ਜੀ ਦੋ ਤਰ੍ਹਾਂ ਦੀ ਕੁਰਬਾਨੀਆਂ ਨੇ। ਨੰਬਰ 1 ਆਫਰਿੰਗ ਐਂਡ ਫਰੂਟ ਆਫ ਦ ਲਿਪਸ, खुशी की कुर्बानी, शादमानी, गीत गाना, खुदावंद दी हमदो सना करना, प्रेज करना, खुदा दी सताइश करना जिहड़ा वे। और दूसरी की ये भलाई और सखावत करना, यानी खुदा दे काम लई, खुदा दी खिदमत लई, खुदा दे लोकां लई अपने फाइनेंशियल जिहड़ी है ना वो रिसोर्सेस जिहड़ियां ने उन्हां नूं विच शेयर करना, ताकि लिखिया वे ऐसी कुर्बानियों से, so not only lip offering but also our purse offering, लिखिया ऐसी कुर्बानियों से खुदा की हुंदा वे खुश ਹੁੰਦਾ ਹੈ। God will be pleased। ਦਾਊਦ ਇੱਥੇ ਆਈ ਕਹਿ ਰਿਹਾ ਜੀ ਮਦਹਸਰਾਈ ਕਰਾਂਗਾ। ਓਕੇ ਜੀ, ਅੱਗੇ ਜਨਾਬ ਵੇਖੋ ਕਿ 7ਵੀਂ ਆਇਤ ਤੋਂ ਲੱਗਦਾ ਵੇ ਮੈਨੂੰ ਕਿ ਉਹ ਦੁਬਾਰਾ ਵਾਪਸ ਆਪਣੀ ਰਿਐਲਿਟੀ ਵੱਲ ਆਉਣ ਡਿਆ ਵੇ ਔਰ ਕਹਿੰਦਾ ਜੀ ਐ ਖੁਦਾਵੰਦ ਮੇਰੀ ਆਵਾਜ਼ ਸੁਣ, ਮੈਂ ਪੁਕਾਰਦਾ ਵਾਂ, ਮੇਰੇ ਤੇ ਰਹਿਮ ਕਰ ਤੇ ਮੈਨੂੰ ਕੀ ਕਰ ਜਵਾਬ ਦੇ। ਵੇਖੋ बड़ी अच्छी है 7वीं 8वीं आयत है, जब तूने फरमाया मेरे दीदार के तालिब रहो तो मेरे दिल ने मुझसे कहा। मतलब सेल्फ कॉन्वर्सेशन सुन रहे हो हैं, मेरे दिल ने मुझसे तुझसे कहा, सॉरी तुझ लिखा है, मेरे दिल ने तुझसे कहा ऐ खुदावंद मैं तेरे दीदार का तालिब रहूंगा। अच्छा, तो वेखा हैगा कभी तुहां सेल्फ कॉन्वर्सेशन की थी, अपने आप नाल गल्लां कीतियां ने? कभी अपने आप नाल गल्लां करी, बंदा कहंदा यार ये बंदा पागल हो गया, कल्ला ही बोली होंदे, अपने आप नाल गल्लां करी होंदे हैं। लेकिन एक्चुअली दिस इज, अगर मैं पहला भी जिक्र कर चुका ਜਦੋਂ ਅਸੀਂ ਜ਼ਬੂਰ ਨਵੀਸ ਗਏ ਆ ਬਣੀ ਕੌਰਾ ਦੇ ਜ਼ਬੂਰਾਂ ਦੇ ਵਿੱਚ, ਤੁਹਾਨੂੰ ਯਾਦ ਹੋਗਾ ਉਦੋਂ ਵੀ ਇੱਕ ਗੱਲ ਸਿੱਖੀ ਸੀ ਕਿ देयर इज अ ਕੌਗਨੀਟਿਵ ਥੈਰੇਪੀ, ਯਾਨੀ ਕਿ ਸਾਈਕੋਲੋਜਿਸਟ ਅੱਜ ਇਸ ਗੱਲ ਨੂੰ ਐਜ਼ ਅ ਮੈਡੀਕਲ ਪ੍ਰੈਕਟਿਸ ਦੇ ਤੌਰ ਤੇ ਲੈ ਕੇ ਆ ਰਹੇ ਨੇ ਔਰ ਉਹਨੂੰ ਥਿਊਰੀ ਨੂੰ ਫਾਈਂਡ ਆਊਟ ਕਰਨ ਦੇ ਨੇ, ਜਿਹੜੀ ਜ਼ਬੂਰ ਨਵੀਸ ਸਾਨੂੰ ਅੱਜ ਤੋਂ ਕੋਈ 3000 ਸਾਲ ਪਹਿਲਾਂ ਦੱਸ ਚੁੱਕਿਆ ਵੇ ਕਿ ਤੁਸੀਂ ਜਦੋਂ ਆਪਣੇ ਆਪ ਨਾਲ ਗੱਲ ਕਰਦੇ ਹੋ ਔਰ ਆਪਣੇ ਆਪ ਨੂੰ ਰਿਸਪੌਂਡ ਕਰਦੇ ਹੋ, that's when sometimes you go into deeper level। ਅਸੀਂ ਇਨਸਾਨ ਵੈਸੇ ਨਾ ਸਾਡੀ ਕੈਪੈਸਿਟੀ ਹੈਗੀ ਸਾਨੂੰ ਖਾਮੋਸ਼ੀ ਹੌਂਟ ਕਰਦੀ ਹੈ। ਅਗਰ ਅਸੀਂ ਚੁੱਪ ਕਰਕੇ ਬਈਏ ਨਾ, ਭਾਵੇਂ ਖੁਦਾ ਦੇ ਘਰ 'ਚ ਬਈਏ ਤੇ ਭਾਵੇਂ ਕੱਲਿਆਂ ਕਿਤੇ ਬਈਏ ਚੁੱਪ ਕਰਕੇ, ਕਿਉਂਕਿ ਸਾਡਾ ਸਾਹਮਣਾ ਫਿਰ ਕਿਹਦੇ ਨਾਲ, ਜਦੋਂ ਅਸੀਂ ਚੁੱਪ ਕਰਕੇ ਬੈਠਦੇ ਸਾਡਾ ਸਾਹਮਣਾ ਕਿਹਦੇ ਨਾਲ ਹੁੰਦਾ ਵਾ? ਖੁਦਾ ਨਾਲ ਤੇ ਹੈ ਵੇ, ਆਪਣੇ ਆਪ ਨਾਲ ਵੀ ਹੁੰਦਾ ਫਿਰ ਬੰਦਾ ਆਪਣੇ ਆਪ ਨੂੰ ਵੀ ਮਿਲਦਾ, ਅੱਛਾ ਜੀ ਮੈਂ ਵੀ ਰਹਿਣਾ ਵਾ ਦੁਨੀਆ ਦੇ ਵਿੱਚ, ਅਦਰਵਾਈਜ਼ ਸਾਡੇ ਖਿਆਲ ਆਲੇ ਪਾਲੇ ਘੁੰਮਦੇ ਰਹਿੰਦੇ ਨੇ, ਠੀਕ ਹੈ ਨਾ, ਇਹ ਵੀ ਕਰ ਲਓ, ਉਹ ਵੀ ਕਰ ਲਓ, ਉਹਨੂੰ ਮਿਲ ਲਓ, ਇਹ ਕਰ ਲਓ, ਉਹ ਫਲਾਣੇ ਦਾ ਇੰਜ ਕਰ ਲਓ, ਫਲਾਣੇ ਦਾ ਖਿਆਲ ਕਰ ਲਓ, ਇੰਡੀਆ ਪੈਸੇ ਕਰ ਦਿਓ, ਪਾਕਿਸਤਾਨ ਪੈਸੇ ਕਰ ਦਿਓ, ਉੱਥੋਂ ਕਾਲ ਆ ਗਈ, ਇਹ ਕਰ ਦਿਓ, ਉੱਥੇ ਲੋੜ ਪੈ ਗਈ ਹੈ, ਇਹ ਕਰ ਦਿਓ, ਉਹ ਕਰ ਦਿਓ। ਮਤਲਬ ਸਾਨੂੰ ਟੈਨਸ਼ਨਾਂ ਨਹੀਂ ਮਾਰਦੀਆਂ, ਸਾਨੂੰ ਦਿਮਾਗ ਹੀ ਘਿਰ ਰਹਿੰਦਾ। ਲੇਕਿਨ ਜਦੋਂ ਅਸੀਂ ਚੁੱਪ ਕਰਕੇ ਬਹਿੰਦੇ ਹਾਂ, ਸਾਇਲੈਂਸ ਬਹਿੰਦੇ ਹਾਂ, ਉੱਥੋਂ ਤੁਸੀਂ ਵੇਖੋ ਇਹਨਾਂ ਗੈਜਟਸ ਨੇ ਬੜਾ ਕੰਮ ਕੀਤਾ, ਇਹ ਸਾਨੂੰ ਆਪਣੇ ਆਪ ਨਾਲ ਨਹੀਂ ਮਿਲਣ ਦਿੰਦੇ। ਦੇ ਡੋਂਟ ਅਲਾਉ ਅਸ ਟੂ ਮੀਟ ਆਵਰਸੈਲਫ। ਤੁਸੀਂ ਕਿਤੇ ਵੀ ਚਲੇ ਜਾਓ ਦੁਨੀਆ, ਖਾਸ ਤੌਰ ਤੇ ਵੈਸਟਰਨ ਵਰਲਡ ਦੇ ਵਿੱਚ ਹਰ ਬੰਦਾ ਤੁਹਾਨੂੰ ਇੰਜ ਲਾਈਟ ਲੈ ਕੇ ਔਰ ਜਨਾਬ ਕਾਈਂਡ ਆਫ ਸਲੇਵਰੀ ਹੱਥ ਨਿਕਲੇ ਹੁੰਦੇ ਨੇ। ਇੱਕ ਬੜੇ ਅੱਛੀ ਮੀਮ ਬਣਾਈ ਸੀ, ਉਹਨਾਂ ਵਿਖਾਇਆ ਇੱਕ ਇਮੇਜ ਬਣਾਇਆ, ਪੂਰਾ ਦੁਨੀਆ ਜਨਾਬ ਉਹਨਾਂ ਵਿਖਾਈ, ਬੜੀ ਲੋਕ ਵਿਖਾਏ ਔਰ ਹਰ ਬੰਦਾ ਜਿਹੜਾ ਸੀ ਨਾ ਉਹਨੇ ਜਨਾਬ ਫੋਨ ਫੜਿਆ ਹੋਇਆ ਔਰ ਫੋਨ ਜਿਹੜਾ ਸੀ ਨਾ ਫੋਨ ਦੇ ਵਿੱਚੋਂ ਇੱਕ ਹੱਥ ਨਿਕਲਿਆ ਹੋਇਆ, ਉਹਨਾਂ ਦੇ ਮੂੰਹ ਨਾਲ ਫੜਾਇਆ, ਮਤਲਬ ਉਹਨਾਂ ਨੂੰ ਚਾੜਿਆ ਹੋਇਆ ਮੂੰਹ ਦੇ ਉੱਤੇ ਫੋਨ ਦੇ ਵਿੱਚ। ਸੋ ਕਾਈਂਡ ਆਫ ਵੈਨ ਵੀ ਆਰ obsessed, although this is a powerful technology, this is very important, लेकिन प्रॉब्लम की है, they are bombarded our mind with information और इतनी इंफॉर्मेशन है कि साडा दिमाग ਉਹਨੂੰ ਪ੍ਰੋਸੈਸ ਨਹੀਂ ਕਰ ਪਾਉਂਦਾ।
प्रॉब्लम ऐ नहीं है इन्फॉर्मेशन नहीं है, इन्फॉर्मेशन ओवरलोडेड हो गए हैं, बोझ हो गया साडे दिमागां ते। प्रॉब्लम की है, दिस इन्फॉर्मेशन डजंट ट्रांसफॉर्म अस। क्यों? क्योंकि असी उस लोड जिन्ना में असी ओनू प्रोसेस नहीं कर पाते। सो इसलिए नैरो डाउन अगर असी करिए, अंदर पुकारदा खुदावंद, जब तूने फरमाया मेरे दीदार का तालब, मैं जवाब दिता कि खुदावंद मैं तेरे दीदार का क्या रहूंगा, तालब रहूंगा। ओके जी, so this is daydreaming. Now Daud come back from imagination. नौवीं आयत जड़ी है तुसी वेखोगे थे जी, again he came back to reality. Now reality check होने लगा, आले दुआले की हो रहा है, फिर वापस ऐ खुदावंद मैं तेरे दीदार का तालिब रहूंगा, मुझसे रूपोश ना हो, अपने बंदे को कहर से ना निकाल, तू मेरा मददगार रहा है, ना मुझे तरक कर ना मुझे छोड़। ओके जी, 10वीं आयत बड़ी पावरफुल है, बड़े लोगों ने इन्हों अपने घरां दे विच लाया हुंदा वे, और की है, जब मेरा बाप और मेरी मां मुझे छोड़ दें तो खुदावंद मुझे संभाल लेगा। ठीक है जी। सो मेरे जीजो, खुदा दे कलाम दा वादा वे, जिसाया नबी वसीले खुदा फरमांदा वे, मां अपने शीरखार बच्चे नूं भुल सकदी है, दुध पियांदे बच्चे नूं आंदा मां भुल जाए तो भुल जाए। खुदा फरमांदा है जी मैं अपने बंदियां नूं नहीं भुलांगा। दिस इज प्रॉमिस, दिस इज होप। सो मेरे जीजो, 11वीं और 12वीं आयत देखोगे, अगेन ही हैज अ वेरी स्पेसिफिक प्रेयर। ठीक है, और स्पेसिफिक प्रेयर जिहड़ी है ना, वो फिर अपने दुश्मनां नूं किवें बयान करदा जी, वो कहंदा जी खुदावंद 12वीं आयत दे विच, मुखालफ झूठे गवाह बेरहमी से फुंकारने वाले मेरे खिलाफ उठे हैं। फुंकारने वाले सप, फुंकारने वाले जंगी घोड़े, फुंकारने वाले झूठे गवाह मुखालफ खड़े ने, आंदे मेरे खिलाफ गल्लां करने वाले, बैक बाइटिंग करने वाले, मंजी मीटिंगां करने वाले लोग जिहड़े ना वो बड़े इकट्ठे होंदे ने। आंदा लेकिन खुदावंद तू मैनूं अपने हमवार रास्ते ते चला। अगे अगे वेखो 12वीं ते जिहड़ी ना अपना 13वीं 14वीं आयत, दैट इज अ टोटल ट्रस्ट, ब्लाइंड टोटल, मतलब एक तरह दा टोटल ट्रस्ट है, जो अगे गल ही कोई नहीं। की कहंदा है, आंदा खुदावंद मैनूं यकीन है कि तू मैनू जिंदा रखेगा, तू मैनू कायम रखेगा। ठीक है, दैट्स वाई 14वीं आयत दे विच वो अपने आप नूं फिर सेल्फ कन्वर्सेशन है, कॉन्फिडेंस सेल्फ टॉक की है, खुदावंद की आस रख, मजबूत हो और तेरा दिल भी रहे, कभी रहे, हाँ खुदावंद ही की आस रख। 14वीं आयत एक ही गल नूं 3 बारी कहन दी। ठीक है, ट्रस्ट इन द लॉर्ड। 14वीं आयत तुहाडे कोल की है जी, पंजाबी जरा पढ़ियो। हां, यहोवा ਨੂੰ ਉਡੀਕ ਤਗੜਾ ਹੋ ਅਤੇ ਤੇਰਾ ਮਨ ਦਲੇਰ ਹੋਵੇ, ਹਾਂ ਯਹੋਵਾ ਨੂੰ ਹੀ ਉਡੀਕ। ਹਾਂਜੀ, ਤੁਹਾਡੇ ਕੋਲ ਕੀ ਹੈ ਸਿਸਟਰ ਜੋਤੀ? प्रभु दी उड़ीक रख, तकड़ा होके दलेरी कर, हाँ तू प्रभु दी उड़ीक कर। उड़ीक रख जी। ठीक है जी। सो मेरे जीजो, बाज़ औकात उड़ीक जिहड़ी है ना, ਅਸੀਂ ਉਹਨੂੰ ਸਮਝਦੇ ਆ ਕਿ ਇਹ ਵਰਸ਼ਿਪ ਨਹੀਂ ਹੈ। ਮੈਂ ਬਾਰ-ਬਾਰ ਜ਼ਿਕਰ ਕਰਨਾ ਵਾ, ਜਿਹੜਾ ਇਹਨਾਂ ਦਿਨਾਂ 'ਚ ਖੁਦਾ ਨੇ ਮੈਨੂੰ ਜ਼ਬੂਰਾਂ ਦੇ ਵਸੀਲੇ ਜਿਹੜਾ ਇੱਕ ਬੜਾ ਅਹਿਮ ਵਰਸ਼ਿਪ ਦਾ ਐਸਪੈਕਟ ਦਿੱਤਾ ਵੇ, ਜਿਹੜਾ ਮੈਂ ਇਦੋਂ ਪਹਿਲਾਂ ਨਹੀਂ ਕਦੀ ਉਹਨੂੰ ਗੌਰ ਕੀਤਾ, ਉਹ ਵੀ ਵੇਟਿੰਗ, ਉਡੀਕਣਾ ਖੁਦਾ ਨੂੰ। ਵੇਟਿੰਗ ਇਜ਼ ਆਲਸੋ ਵਰਸ਼ਿਪ। ਅਸੀਂ ਬਾਜ਼ ਔਕਾਤ ਵੇਟਿੰਗ ਨੂੰ ਵਰਸ਼ਿਪ ਨਹੀਂ ਸਮਝਦੇ। ਵੇਟਿੰਗ ਦੇ ਵਿੱਚ ਜਿਹੜਾ ਰਿਸਪੌਂਸ ਉਹ ਕੀ ਹੋਣਾ ਚਾਹੀਦਾ ਵੇ? ਥੈਂਕਸਗਿਵਿੰਗ, ਰਿਜੋਇਸਿੰਗ, praising. That's the की करिए। अच्छा मतलब जी वेट करते हैं, की करिए? फोन लैके बैठे रहिए, गाने सुनिए, की करिए? ठीक है ना, मतलब की अखबार पढ़िए, की करिए वेटिंग दे विच? जो खुदा मेरी दुआ दा जवाब नहीं देन दिया, ना मेरा ब्याह होंदा जिथे मैं कहना सी ब्याह होए, ना मैनूं नौकरी मिलन डई है, ना मैनूं गड्डी मिलन डई है, ना मैनूं सैलरी मिलन डई है, ना मेरा वीजा लगन दिया वे, ना मैनूं घर मिलन दिया वे, मतलब ना मेरे घर के बाल बच्चा पैदा होण दिया वे। ऑल काइंड ऑफ क्राइसिस, ऑल काइंड ऑफ ਜਿਹੜੀਆਂ ਸਾਡੇ ਦਿਮਾਗ ਨੂੰ ਚੀਜ਼ਾਂ ਘੇਰ ਲੈਂਦੀਆਂ ਨੇ, ਕੁਝ ਵੀ ਨਹੀਂ ਹੋਣ ਡਿਆ। ਵੇਟਿੰਗ then what to do during the waiting? praise, rejoice, खुदा दे जलाल ਲਈ ਗਾਓ, खुदा ਦੀ ਕੁਰਬਾਨੀਆਂ ਚਾੜੋ, खुदा ਤੁਹਾਨੂੰ ਸਾਰਿਆਂ ਨੂੰ ਬਰਕਤ ਦੇਗਾ। ਜਾਣ ਤੋਂ ਪਹਿਲਾਂ ਜ਼ਬੂਰ ਨਵੀਸ ਦੀ ਜਿਹੜੀ ਇੱਕ ਦੁਆ ਵੇ, ਮੈਨੂੰ ਤੋਂ ਪੌਲੁਸ ਰਸੂਲ ਦੀ ਇੱਕ ਦੁਆ ਯਾਦ ਆ ਗਈ ਹੈ, ਜਿਹੜੀ ਉਹਨੇ ਫਿਲਿੱਪੀਆਂ ਦੀ ਕਲੀਸਿਆ ਵਾਸਤੇ ਕੀਤੀ। ਪਰ ਵੇਖੋ ਪੌਲੁਸ ਰਸੂਲ ਨਵੇਂ ਐਤਨਾਮੇ ਦੇ ਵਿੱਚ ਜਿਵੇਂ ਦਾਊਦ ਸਾਨੂੰ ਦੁਆ ਦਾ ਪੈਟਰਨ ਦਿੱਤਾ ਵੇ, ਅਸੀਂ ਅਗਰ ਕਲੀਸਿयाई तौर ਤੇ ਦੁਆ ਕਰਨਾ ਚਾਹੀਏ ਕਿਸੇ ਕਲੀਸਿया ਵਾਸਤੇ ਤੇ ਕਿਵੇਂ ਦੀ ਦੁਆ ਹੋਣੀ ਚਾਹੀਦੀ ਹੈ, ਇੱਕ ਪੈਟਰਨ ਸਿਰਫ ਇੱਕ ਆਖਰੀ ਵਾਲਾ ਅਸੀਂ ਪੜਾਂਗੇ। ਫਿਲਿੱਪੀਆਂ ਦਾ ਨਾਂ ਖਾਤੇ ਸਿਸਟਰ ਜੋਤੀ ਜਰਾ ਖੋਲਿਓ, ਔਰ ਉਹਦੀ ਪਹਿਲੇ ਬਾਬ ਦੀ ਜਿਹੜੀ ਹੈ ਨਾ, ਫਿਲਿੱਪੀਆਂ ਆਏਗਾ ਜੇ ਜਨਾਬ ਗਲਤੀਆਂ ਤੋਂ ਬਾਅਦ ਇਫਸੀਆਂ, ਤੇ ਇਫਸੀਆਂ ਤੋਂ ਬਾਅਦ ਜੇ ਫਿਲਿੱਪੀਆਂ, ਪਹਿਲੇ ਬਾਬ ਦੀ 3 ਤੇ 5ਵੀਂ
3 ਤੋਂ 5 ਆਇਤ, 2 ਆਇਤਾਂ ਪੜ੍ਹ ਦਿਓ। ਮੈਂ ਪੜਾਂਗੀ ਫਿਲਿੱਪੀਆਂ ਦਾ ਖਤ ਉਹਦਾ 1 ਬਾਬ ਉਹਦੀ 3 ਤੇ 5 ਆਇਤ। ਸੰਤ ਪੌਲਸ ਦੀ ਪ੍ਰਾਰਥਨਾ। ਜਦੋਂ ਵੀ ਮੈਨੂੰ ਤੁਹਾਡੀ ਸਭ ਦੀ ਯਾਦ ਆਉਂਦੀ ਹੈ ਤਾਂ ਮੈਂ ਆਪਣੇ ਪਰਮੇਸ਼ਵਰ ਨੂੰ ਧੰਨਵਾਦ ਦਿੰਦਾ ਹਾਂ। ਇਸੇ ਤਰ੍ਹਾਂ ਮੈਂ ਜਦੋਂ ਵੀ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ ਤਾਂ ਮੇਰੀ ਪ੍ਰਾਰਥਨਾ ਆਨੰਦ ਨਾਲ ਭਰੀ ਹੁੰਦੀ ਹੈ, ਕਿਉਂਕਿ ਸ਼ੁਰੂ ਤੋਂ ਲੈ ਕੇ ਇਸ ਸਮੇਂ ਤੱਕ ਤੁਸੀਂ ਸ਼ੁਭ ਸਮਾਚਾਰ ਦੇ ਪ੍ਰਚਾਰ ਵਿੱਚ ਮੇਰੇ ਹਿੱਸੇਦਾਰ ਬਣੇ ਹੋ। ਮੇਰਾ ਇਹ ਪੱਕਾ ਭਰੋਸਾ ਹੈ ਕਿ ਜਿਸ ਪਰਮੇਸ਼ਵਰ ਨੇ ਤੁਹਾਡੇ ਵਿੱਚ ਇੱਕ ਭਲਾ ਕੰਮ ਸ਼ੁਰੂ ਕੀਤਾ ਸੀ ਉਹ ਹੀ ਇਸ ਨੂੰ ਮਸੀਹ ਦੇ ਦਿਨ ਤੱਕ ਪੂਰਾ ਕਰੇਗਾ। 9ਵੀਂ ਆਇਤ। ਮੇਰੀ ਪ੍ਰਾਰਥਨਾ ਹੈ ਤੁਹਾਡਾ ਪਿਆਰ ਬਹੁਤ ਤੋਂ ਬਹੁਤਾ ਵੱਧਦਾ ਜਾਵੇ ਅਤੇ ਤੁਸੀਂ ਸਭ ਤਰ੍ਹਾਂ ਦੇ ਗਿਆਨ ਅਤੇ ਅੰਤਰਦ੍ਰਿਸ਼ਟੀ ਨਾਲ ਭਰਪੂਰ ਹੁੰਦੇ ਜਾਓ। ਠੀਕ ਹੈ ਜੀ। 9ਵੀਂ 10ਵੀਂ ਆਇਤ ਪੂਰੀ ਦੁਆ ਵੇ, ਲੇਕਿਨ ਦੁਆ ਕੀ ਕਰਦਾ ਵੇ? ਨੰਬਰ 1 ਆਂਦਾ ਮੈਂ ਜਦੋਂ ਕਰੀ ਤੁਹਾਨੂੰ ਯਾਦ ਕਰਨਾ ਵਾ। ਫਿਜ਼ੀਕਲੀ ਮੈਂ ਤੁਹਾਡੇ ਨਾਲ ਨਹੀਂ ਆ, ਠੀਕ ਹੈ, ਜਦੋਂ ਮੈਂ ਤੁਹਾਨੂੰ ਯਾਦ ਕਰਨਾ। ਨੰਬਰ 1 ਕੀ ਕਰਦਾ ਖੁਦਾ ਦਾ? ਧੰਨਵਾਦ ਕਰਦਾ ਹੈ, ਸ਼ੁਕਰ ਕਰਦਾ ਹੈ, ਠੀਕ ਹੈ। ਨੰਬਰ 2 ਆਂਦਾ ਔਰ ਜਿਹੜੀ ਮੈਂ ਦੁਆ ਕਰਨਾ ਉਹ ਮੈਂ ਤੁਹਾਡੇ ਲਈ ਕਰਨਾ ਵਾ, ਔਰ ਮੈਂ ਕੀ ਕਰਨਾ ਵਾ? ਖੁਸ਼ੀ ਦੇ ਨਾਲ ਤੁਹਾਡੇ ਸਾਰਿਆਂ ਲਈ ਦਰਖਾਸਤ ਕਰਦਾ ਹਾਂ। ਕੀ ਵਜ੍ਹਾ ਕੀ, ਕਿਉਂ ਦਰਖਾਸਤ ਕਰਦਾ? ਐਕਚੁਅਲੀ ਵੇਖੋ ਨਾ ਰਿਲੇਸ਼ਨਸ਼ਿਪ ਕੀ ਹੈ। ਇਸ ਲਈ ਕਿ ਤੁਸੀਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ खुशखबरी के फैलाने में शरीक हिस्सादार हो तुसी मेरे। ठीक है, शरीकदार हो। मेरा शरीका साडा पंजाबी वाला शरीका नहीं है, ठीक है ना, बल्कि केड़ा शरीका वे है? ऐ खुदा दी खुशखबरी दा शरीका वे। ठीक है, कि तुसी मेरे हिस्सादार हो, तुसी खुशखबरी दे फैलाने च मेरे नाल रहे हो। और कहंदा मैनू ए भी भरोसा वे कि जेड़ा काम तुहां शुरू कीता वे खुदा नूं तुहाडे च की करेगा? पूरा भी करेगा, आधे छड्ड के नहीं नठोगे। ठीक है, मतलब यू विल नेल इट, यू विल फिनिश द रेस। ठीक है। 9वीं आयत दुआ की है, दुआ करदा जी, और मैं दुआ करना वा कि तुहाडी मोहब्बत, ठीक है, इल्म और हर तरह की तमीज के साथ और भी ज्यादा होती चली जाए। 3 चीज़ां वास्ते दुआ की उन्हें। मोहब्बत होए, मोहब्बत दे नाल की होए? इल्म, नॉलेज, खुदा दे कलाम दी जेहड़ी है ना मनोहरता, लाइट तुहाडे कोल होवे। और तुसी हर तरह की तमीज दे नाल तुहाडे अंदर डिसर्नमेंट होए, की करो और भी ज्यादा हुंदी जाए। सो मेरे जीजो, साडी भी दुआ वे एज ज़बूर ज़ोन दे वसीले जिन्हें लोग सुनदे ने कि तुहाडे अंदर भी मनोहरता जिहड़ी है, खुदा दी सुंदरता जिहड़ी है वो वधदी चली जाए। तुहाडे अंदर खुदा दी मोहब्बत, खुदा दा इल्म जिहड़ा वे वो होर ज्यादा हुंदा जाए, और तुसी खुदा दी खिदमत, खुदा दी बादशाही, खुदा दे काम नूं फैलाउण दे विच ਤੁਸੀਂ ਸਾਡੇ ਹਿੱਸਾਦਾਰ ਬਣ ਸਕਦੇ ਹੋ। ਹਿੱਸਾਦਾਰ ਕਿਵੇਂ ਬਣ ਸਕਦੇ ਹੋ ਉਹ ਤੁਹਾਨੂੰ ਖੁਦਾ ਆਪ ਹੀ ਦੱਸੇਗਾ ਕਿਵੇਂ ਬਣਨਾ ਹੈ। ਓਕੇ ਜੀ, ਥੈਂਕ ਯੂ ਵੈਰੀ ਮਚ ਜੀ। ਅੰਕਲ ਜੋਸ਼ੂਆ ਐਂਡ ਦੈਨ ਸਿਸਟਰ ਜੋਤੀ, ਫਿਰ ਅਸੀਂ ਚੌਹਾਨ ਸਾਹਿਬ ਨੂੰ ਰਿਕਵੈਸਟ ਕਰਾਂਗੇ ਜੀ ਕਿ ਉਹ ਸਾਨੂੰ ਜ਼ਬੂਰ ਦਾ ਅਗਲਾ ਹਿੱਸਾ ਆਵੇ, ਉਹਦੇ ਨਾਲ ਅਸੀਂ ਵਾਈਂਡ ਅਪ ਕਰਾਂਗੇ। ਡਰ ਜਿਹੜਾ ਨਾ ਕਈ ਵਾਰੀ ਬਚਪਨ ਤੋਂ ਹੀ ਮਾਂ-ਬਾਪ ਜਾਂ ਵੱਡੇ ਭੈਣ ਭਰਾ ਜਿਹੜੇ ਹੁੰਦੇ ਨਾ ਛੋਟੇ ਬੱਚਿਆਂ ਨੂੰ ਜਿੱਦਾਂ ਅਸੀਂ ਡਰਾ ਦਿੰਦੇ ਹਾਂ ਬਈ ਹਨੇਰੇ ਚ ਨਾ ਜਾਈ ਓਏ, ਬਾਹਰ ਨਾ ਜਾਈ, ਉੱਥੇ ਬਾਗੜ ਬਿੱਲਾ ਤੇ ਖਾ ਲੂਗਾ ਤੈਨੂੰ। ਉਹ ਡਰ ਕਈ ਵਾਰੀ ਇਸ ਤਰ੍ਹਾਂ ਦਾ ਜਿਹੜਾ ਨਾ ਉਹ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਹੀ ਚੱਲਦਾ ਰਹਿੰਦਾ। ਮੈਨੂੰ ਯਾਦ ਆ ਮੈਂ ਇੱਕ ਵਾਰੀ ਆਪਣੇ ਮਾਸੀ ਦੇ ਕੋਲ ਗਿਆ ਤੇ ਉੱਥੋਂ ਮੈਂ ਰਾਤ ਨੂੰ ਹੀ ਤੁਰ ਪਿਆ। ਉਹ ਕੁੱਕੜ ਨੇ ਬਾਂਗ ਦੇ ਦਿੱਤੀ ਕਿਤੇ 2 ਵਜੇ ਨਾਲ ਹੀ, ਤੇ ਮੈਂ ਉੱਥੋਂ 4-5 ਮੀਲ ਦਾ ਸਫ਼ਰ ਸੀ ਉਹ ਕਰਨਾ ਸੀ, ਤੇ ਬੱਸ ਮੈਨੂੰ ਉੱਥੋਂ ਮਿਲਣੀ ਸੀ। ਤੇ ਰਾਹ ਦੇ ਵਿੱਚ ਗਰਮੀਆਂ ਦੇ ਦਿਨ ਪਰ ਹਨੇਰੀ ਰਾਤ, ਤੇ ਮੈਂ ਇਕੱਲਾ ਹੀ ਤੁਰ ਪਿਆ, ਨਾਲ ਮੇਰੇ ਕੋਈ ਨਹੀਂ। ਤੇ ਮੈਨੂੰ ਏਦਾਂ ਲੱਗੇ ਵੀ ਜਿੱਦਾਂ ਮੇਰੇ ਕੋਈ ਪਿੱਛੇ ਚੱਲਦਾ। ਪਰ ਮੈਂ ਨਾ ਤਈ ਜ਼ਬੂਰ ਜਿਹੜਾ ਸੀ ਨਾ ਉਹ ਪੜ੍ਹਨਾ ਸ਼ੁਰੂ ਕਰ ਦਿੱਤਾ, ਤੇ ਜਦ ਤੱਕ ਮੈਂ ਸ਼ਹਿਰ ਦੀ ਆਬਾਦੀ 'ਚ ਨਹੀਂ ਪੁੱਜਿਆ ਮੈਂ ਉਹੋ ਹੀ ਜਿਹੜਾ ਨਾ ਆਪਣੇ ਮਨ ਦੇ ਵਿੱਚ ਪੜ੍ਹਦਾ ਰਿਹਾ, ਤੇ ਖੁਦਾ ਨੂੰ ਆਪਣੇ ਆਪ ਦੇ ਵਿੱਚ ਖੁਦਾ ਨੂੰ ਦਿੱਤਾ ਕਿ ਖੁਦਾ ਹੁੰਦਾ ਤੂੰ ਮੇਰਾ ਮਦਦਗਾਰ ਹੋਈ। ਸੋ ਜਦੋਂ ਅਸੀਂ ਖੁਦਾ ਦੇ ਤੇ ਆਪਣਾ ਪੂਰਾ ਤਵੱਕੋ ਰੱਖਦੇ ਹਾਂ, ਉਹਦੇ ਚਾਨਣ ਦੇ ਵਿੱਚ ਚੱਲਦੇ ਹਾਂ, ਤਾਂ ਸਾਨੂੰ ਕਿਸੇ ਚੀਜ਼ ਦਾ ਵੀ ਕੋਈ ਡਰ ਨਹੀਂ ਹੁੰਦਾ। ਕਹਿੰਦਾ fear is a dark shadow that envelops us and ultimately imprison us within ourselves. Each of us has been a prisoner of fear at one time or another, fear of rejection, misunderstanding, uncertainty, sickness, or even death.
but we can conquer fear by using the bright, liberating light of the Lord who brings salvation. If we want to dispose of the darkness of fear, let us remember with the psalmist that the Lord is my light and my salvation. The land of the living simply means this life. David was obviously going through a trial, but he was confident that in this present life, God would see him through it. That's it. Thank you, Uncle Ji. Thank you very much, Sister Jyoti. ਹਾਂਜੀ ਇੱਕ ਵਾਰ ਫਿਰ ਸਾਰਿਆਂ ਨੂੰ ਜੈ ਮਸੀਹ ਦੀ। ਇਹ ਜਿਹੜਾ ਜ਼ਬੂਰ ਹੈ ਦਾਊਦ ਦਾ ਭਜਨ, ਇਹ ਫੇਥ ਤੇ ਭਰੋਸੇ ਤੇ ਲਿਖਿਆ ਗਿਆ ਉਸਨੇ। ਉਸਦੇ ਵਿੱਚ ਦੀਆਂ ਸਾਰੀਆਂ ਆਇਤਾਂ ਹੀ ਬਹੁਤ ਪਾਵਰਫੁਲ ਆਇਤਾਂ ਹਨ। ਜਿਸ ਤਰ੍ਹਾਂ ਪਾਸਟਰ ਜੀ ਨੇ ਸਭ ਦੱਸਿਆ ਹੈ, ਸਾਨੂੰ ਤਾਂ ਇੰਨੀ ਨੌਲੇਜ ਨਹੀਂ, ਪਰ ਖੁਦਾਵੰਦ ਦੇ ਦਾਸ ਨੂੰ ਇੰਨੀ ਨੌਲੇਜ ਹੈ ਕਿ ਅਸੀਂ ਚੰਗੀ ਤਰ੍ਹਾਂ ਉਸਨੂੰ ਸਮਝ ਸਕਦੇ ਹਾਂ। ਪਰ ਇਸ ਦੀ ਜਿਹੜੀ ਪਹਿਲੀ ਆਇਤ ਹੈ ਮੈਨੂੰ ਉਹ ਬਹੁਤ ਵਧੀਆ ਲੱਗੀ, ਜੋ ਦਾਊਦ ਨੇ ਲਿਖਿਆ ਹੈ ਕਿ ਪ੍ਰਭੂ ਮੇਰਾ ਚਾਨਣ ਅਤੇ ਛੁਟਕਾਰਾ ਦੇਣ ਵਾਲਾ ਹੈ, ਮੈਂ ਕਿਸ ਤੋਂ ਡਰਾਂ, ਉਹ ਮੇਰਾ ਜੀਵਨ ਰੱਖਿਅਕ ਹੈ, ਮੈਂ ਕਿਸ ਦਾ ਭੈ ਖਾਵਾਂ। ਜਦੋਂ ਅਸੀਂ ਖੁਦਾਵੰਦ ਦੇ ਉੱਤੇ ਭਰੋਸਾ ਰੱਖਦੇ ਹਾਂ ਤੇ ਸਾਨੂੰ ਕਿਸੇ ਵੀ ਚੀਜ਼ ਤੋਂ ਡਰਨਾ ਨਹੀਂ ਚਾਹੀਦਾ, ਕਿਉਂਕਿ ਪ੍ਰਭੂ ਹੀ ਸਾਡਾ, ਜਿਸਨੇ ਸਾਨੂੰ ਬਣਾਇਆ ਹੈ, ਜਿਸਨੇ ਸਾਨੂੰ ਜੋ ਸਾਡਾ ਸਿਰਜਣ ਹੈ, ਜਿਸਨੇ ਸਾਡੀ ਸ੍ਰਿਸ਼ਟੀ ਰਚੀ ਹੈ, ਤੇ ਲੋਕੀ ਸਾਡਾ ਕੁਛ ਨਹੀਂ ਵਿਗਾੜ ਸਕਦੇ ਜਿੰਨੀ ਦੇਰ ਅਸੀਂ ਖੁਦਾ ਦੇ ਪਰਾਂ ਦੇ ਹੇਠਾਂ ਰਹਿੰਦੇ ਹਾਂ। ਔਰ ਜੋ ਜਿਸ ਤਰ੍ਹਾਂ ਅਸੀਂ ਜ਼ਬੂਰ ਵੀ ਗਾਉਂਦੇ ਹਾਂ, ਅਸੀਂ ਭਜਨ ਵੀ ਗਾਉਂਦੇ ਹਾਂ ਕਿ ਪ੍ਰਭੂ ਅਸੀਂ ਤੇਰੇ ਪਰਾਂ ਦੀ ਛਾਂ ਹੇਠਾਂ ਹਾਂ। ਖੁਦਾਵੰਦ ਸਾਨੂੰ ਕਿਸੇ ਵੀ ਮੁਸ਼ਕਿਲ ਦੇ ਵਿੱਚ ਨਹੀਂ ਪੈਣ ਦਿੰਦਾ, ਹਰ ਇੱਕ ਤਰ੍ਹਾਂ ਦੀ ਉਹ ਸਾਡੀ ਰੱਖਿਆ ਕਰਦਾ ਹੈ। ਇਹ ਸਾਰਾ ਜ਼ਬੂਰ ਖੁਦਾਵੰਦ ਦੇ ਅੱਗੇ ਦਾਊਦ ਨੇ ਆਪਣੀ ਰੱਖਿਆ ਲਈ, ਆਪਣੇ ਬਚਾਓ ਲਈ, ਆਪਣੇ ਭਰੋਸੇ ਦੇ ਨਾਲ ਉਸਨੇ ਜਿੰਨੀਆਂ ਵੀ ਆਇਤਾਂ ਲਿਖੀਆਂ, ਉਹ ਸਾਡੇ ਲਈ ਵੀ ਅਗਰ ਅਸੀਂ ਲੈਂਦੇ ਹਾਂ ਕਿ ਖੁਦਾਵੰਦ ਸਾਨੂੰ ਆਪਣੇ ਪਰਾਂ ਦੀ ਹੇਠਾਂ ਛਾਂ ਹੇਠਾਂ ਰੱਖਦਾ ਹੈ, ਅਗਰ ਅਸੀਂ ਪ੍ਰਭੂ ਦੇ ਨਾਲ ਇਮਾਨਦਾਰੀ ਦੇ ਨਾਲ ਚੱਲਦੇ ਹਾਂ। ਔਰ ਖੁਦਾਵੰਦ ਦੇ ਹੁੰਦੇ ਹੋਏ ਸਾਨੂੰ ਕਿਸੇ ਦੀ ਚੀਜ਼ ਦੇ ਤੋਂ ਡਰਨ ਦੀ ਵੀ ਜ਼ਰੂਰਤ ਨਹੀਂ ਹੈ, ਅਗਰ ਅਸੀਂ ਪ੍ਰਭੂ ਦੇ ਉੱਤੇ ਫੇਥ ਹੈ ਸਾਡਾ, ਪ੍ਰਭੂ ਦੇ ਉੱਤੇ ਸਾਡਾ ਭਰੋਸਾ ਹੈ। ਔਰ ਇਸ ਦੀ ਜਿਹੜੀ ਤੀਸਰੀ ਆਇਤ ਹੈ, ਬੇਸ਼ੱਕ ਮੇਰੇ ਵਿਰੁੱਧ ਫੌਜਾਂ ਵੀ ਕਿਉਂ ਨਾ ਆ ਜਾਣ, ਪਰ ਮੈਂ ਨਹੀਂ ਡਰਾਂਗਾ, ਬੇਸ਼ੱਕ ਮੇਰੇ ਵਿਰੁੱਧ ਲੜਾਈਆਂ ਵੀ ਕਿਉਂ ਨਾ ਛਿੜ ਪੈਣ, ਪਰ ਮੈਂ ਬੇਫਿਕਰ ਰਹਾਂਗਾ। ਇਹ ਮੈਨੂੰ ਆਇਤ ਮੈਨੂੰ ਯਾਦ ਆਇਆ ਜਿਸ ਤਰ੍ਹਾਂ ਮੂਸਾ ਨੇ ਜਦੋਂ ਆਪਣੇ ਮਿਸਰ ਵਿੱਚੋਂ ਨਿਕਲੇ ਸੀ, ਉਹਨਾਂ ਨੇ ਫੌਜਾਂ ਉਹਨਾਂ ਦੇ ਪਿੱਛੇ ਫਰੌਮ ਦੀਆਂ ਨਿਕਲੀਆਂ ਸੀ, ਤਾਂ ਖੁਦਾਵੰਦ ਦੇ ਕਹੇ ਅਨੁਸਾਰ ਮੂਸਾ ਨੇ ਜਿਸ ਤਰ੍ਹਾਂ ਪ੍ਰਭੂ ਨੇ ਉਸਨੂੰ ਦਿਖਾਇਆ ਕਿ ਤੂੰ ਡਰ ਨਾ, ਤੂੰ ਘਬਰਾ ਨਾ, ਮੈਂ ਤੇਰੇ ਨਾਲ ਹਾਂ। ਉਸਨੇ ਇੰਨੇ ਸਾਰੇ ਲੋਕ ਸੀ, ਇੰਨੇ ਸਾਰੇ ਲੋਕਾਂ ਨੂੰ ਉਸਨੇ ਉਸਦੇ ਆਗੂ ਬਣ ਕੇ ਉਸਨੇ ਪ੍ਰਭੂ ਦੇ ਉੱਤੇ ਵਿਸ਼ਵਾਸ ਰੱਖਿਆ। ਔਰ ਖੁਦਾਵੰਦ ਦੇ ਕਹਿਣ ਤੇ ਉਹ ਜਿੱਥੇ ਜਿੱਥੇ ਪ੍ਰਭੂ ਨੇ ਹਨੇਰੇ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ, ਜਿੱਦਾਂ ਵੀ ਪ੍ਰਭੂ ਨੇ ਉਸਨੂੰ ਆਗਿਆ ਦਿੱਤੀ, ਉਸਨੇ ਉਹ ਡਰਿਆ ਨਹੀਂ। ਔਰ ਖੁਦਾਵੰਦ ਦੇ ਕਹੇ ਅਨੁਸਾਰ ਉਸਨੇ ਇਹ ਜ਼ਾਹਿਰ ਕੀਤਾ ਕਿ ਜਿੰਨਾ ਵੀ ਮਰਜ਼ੀ ਸਾਨੂੰ ਉਸ ਦੁੱਖ ਤੇ ਤਕਲੀਫ ਵਿੱਚ ਹੋਈਏ, ਲੇਕਿਨ ਜਦੋਂ ਪ੍ਰਭੂ ਸਾਡੇ ਨਾਲ ਹੁੰਦਾ ਹੈ ਤੇ ਸਾਨੂੰ ਕਿਸੇ ਵੀ ਚੀਜ਼ ਦਾ ਕੋਈ ਡਰ ਨਹੀਂ ਰਹਿੰਦਾ। ਉਸਨੇ ਮਿਸਰ ਦੇ ਵਿੱਚੋਂ ਕਿੰਨੇ ਸਾਰੇ ਲੋਕਾਂ ਨੂੰ ਲੈ ਕੇ ਉਹਨਾਂ ਨੂੰ ਕੱਢਿਆ ਬਾਹਰ, ਔਰ ਉਹਨਾਂ ਨੂੰ ਇੱਕ ਸੁਰੱਖਿਅਤ ਜਗ੍ਹਾ ਤੇ ਲੈ ਕੇ ਗਿਆ। ਉਹ ਪ੍ਰਭੂ ਦੇ ਨਾਲ ਚੱਲਦਾ ਸੀ, ਇਸ ਕਰਕੇ ਪ੍ਰਭੂ ਨੇ ਉਸਦਾ ਪੂਰਾ ਸਾਥ ਦਿੱਤਾ। ਔਰ ਖੁਦਾਵੰਦ ਤੇ ਉਸਨੇ ਵਿਸ਼ਵਾਸ ਰੱਖਿਆ। ਇਹ ਵੀ ਵਿਸ਼ਵਾਸ ਦੇ ਤੌਰ ਤੇ ਹੀ ਉਸਨੇ ਏਡਾ ਵੱਡਾ ਕਦਮ ਚੱਕਿਆ ਜੋ ਪ੍ਰਭੂ ਨੇ ਉਸਨੂੰ ਆਗਿਆ ਦਿੱਤੀ ਸੀ। ਔਰ ਮੈਂ ਪ੍ਰਭੂ ਤੋਂ ਕੇਵਲ ਇਹ ਹੀ ਵਰਦਾਨ ਮੰਗਿਆ ਹੈ ਜੋ ਜੀਵਨ ਭਰ ਪਰਮੇਸ਼ਰ ਦੇ ਘਰ ਵਿੱਚ ਰਹਾ। ਖੁਦਾਵੰਦ ਤੋਂ ਉਸਨੇ ਜੋ ਅਸੀਂ ਵੀ ਜਿਸ ਤਰ੍ਹਾਂ ਅਸੀਂ ਖੁਦਾਵੰਦ ਨੂੰ ਅਸੀਂ ਚਾਹੁੰਦੇ ਹਾਂ ਕਿ ਪ੍ਰਭੂ ਅਸੀਂ ਤੇਰੇ ਨਾਲ ਚੱਲਣਾ ਚਾਹੁੰਦੇ ਹਾਂ, ਪ੍ਰਭੂ ਜੀ ਅਸੀਂ ਤੁਹਾਡੇ ਪਿੱਛੇ ਚੱਲਣਾ ਚਾਹੁੰਦੇ ਹਾਂ, ਲੇਕਿਨ ਉਸ ਲਈ ਕੀ ਕਰਨਾ ਪੈਂਦਾ ਕਿ ਪ੍ਰਭੂ ਕਹਿੰਦਾ ਕਿ ਪਹਿਲਾਂ ਆਪਣੇ ਆਪ ਨੂੰ ਤਿਆਰ ਕਰ। ਜਿਸ ਤਰ੍ਹਾਂ ਪਾਸਟਰ ਜੀ ਦੱਸਦੇ ਕਿ ਬਹੁਤ ਸਾਰੀਆਂ ਸਾਡੇ ਵਿੱਚ ਕਮੀਆਂ ਵੀ ਹੈ ਕਿ ਅਸੀਂ ਖੁਦਾਵੰਦ ਨੂੰ ਅਸੀਂ ਲੈਣਾ ਤਾਂ ਸਭ ਕੁਝ ਚਾਹੁੰਦੇ ਹਾਂ, ਪਰ ਅਸੀਂ ਦੇਣਾ ਕੁਝ ਨਹੀਂ ਚਾਹੁੰਦੇ। ਪ੍ਰਭੂ ਨੇ ਕੀ ਸਾਡੇ ਤੋਂ ਚਾਹੁੰਦਾ, ਪ੍ਰਭੂ ਸਾਡਾ ਮਨ ਚਾਹੁੰਦਾ ਕਿ ਅਸੀਂ ਕਿਸ ਤਰ੍ਹਾਂ ਪ੍ਰਭੂ ਦੇ ਨਾਲ ਚੱਲ ਸਕਦੇ ਹਾਂ, ਉਸਦੇ ਬਚਨ ਦੇ ਰਾਹੀਂ ਔਰ ਉਸਦੇ ਕੰਮਾਂ ਦੇ ਰਾਹੀਂ। ਔਰ ਖੁਦਾਵੰਦ ਤੋਂ ਅਸੀਂ ਵੀ ਇਹੀ ਮੰਗਦੇ ਹਾਂ ਕਿ ਅਸੀਂ ਪ੍ਰਭੂ ਦੇ ਨਾਲ ਰਹਿਣ ਦੀ ਕੋਸ਼ਿਸ਼ ਕਰੀਏ ਔਰ ਅਸੀਂ ਆਪਣੇ ਦਿਲਾਂ ਨੂੰ ਪ੍ਰਭੂ ਦੇ ਲਈ ਤਿਆਰ ਕਰੀਏ, ਨਾ ਕਿ ਦਿਖਾਵੇ ਦੇ ਵਿੱਚ, ਨਾ ਕਿ ਲੋਕਾਂ ਦੇ ਵਿੱਚ ਕਿ ਸਾਨੂੰ ਕੋਈ ਕੀ ਕਹੇਗਾ। ਖੁਦਾਵੰਦ ਦੇ ਨਾਲ ਇਮਾਨਦਾਰੀ ਦੇ ਨਾਲ ਚੱਲੀਏ। ਅੱਜ ਦਾ ਮੇਰਾ ਇਹੀ, ਮੈਂ ਇਸ ਦੇ ਵਿੱਚੋਂ ਇੰਨਾ ਕੀ ਦੱਸਣਾ ਚਾਹੂੰਗੀ। ਥੈਂਕ ਯੂ। ਬਹੁਤ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ ਸਿਸਟਰ ਜੋਤੀ ਐਂਡ ਅੰਕਲ ਜੋਸ਼ੂਆ। ਅਸੀਂ ਭਾਈ ਚੌਹਾਨ ਨੂੰ ਰਿਕੁਐਸਟ ਕਰਾਂਗੇ ਕਿ ਉਹਨਾਂ ਦਾ ਕੋਈ ਰਿਫਲੈਕਸ਼ਨ ਹੈ, ਔਰ ਅਗਰ ਨਹੀਂ ਤੇ ਫਿਰ ਨਾਲ ਸਾਡਾ ਜ਼ਰੂਰ ਆਪਣਾ ਸ਼ੇਅਰ ਕਰਨ ਸਾਡੇ ਨਾਲ ਪਾਠ ਜਿਹੜਾ ਉਹਨਾਂ ਨੇ ਤਿਆਰ ਕੀਤਾ ਹੋਇਆ ਹੈ। थैंक यू भाई, बड़ी अच्छी रिफ्लेक्शन तुसी अंकल जोशी जी और सिस्टर ज्योति ने दी है। मसीह ने खौफ दे बारे खुद भी मिसालां दित्तियां सन। खौफ एक छोटी चीज नहीं, ये बंदे नूं मार छड़दा ते कश्ती सवार सन जदों ते शागिर्दां ने देखिया कि तूफान आ गया, ये सुता है
ਅਸੀਂ ਰੁੜ ਚੱਲੇ ਹਾਂ। ਤੇ ਮਸੀਹ ਨੇ ਉਦੋਂ ਉਸ ਮੌਕੇ ਨੂੰ इस्तेमाल किया और उन्हें कहा कि मैं कब तक तुम्हारे साथ रहूंगा। उत्थे नजर आंदा कि इन्ना कुछ वेखण दे बावजूद कि ਉਹ ਕੀ ਕਰ ਸਕਦਾ ਸੀ और ਉਹਨਾਂ ਦੇ ਨਾਲ ਉਹਨੇ किस तरह खुदा दे जलाल ਨੂੰ ਜ਼ਾਹਿਰ ਕੀਤਾ, फिर भी ਉਹ डर गए। लेकिन मसीह समझदा है कि यसू समझदे ने कि इंसान ਹੁੰਦਿਆਂ खौफ भी ਸਾਡੇ अंदर ਉਹਦੀ ਹੀ ਦਿੱਤੀ ਹੋਈ ਇੱਕ ਖੂਬੀ ਹੈ ਜਿਹੜੀ ਕਿ ਸਾਨੂੰ ਖਤਰੇ ਤੋਂ ਮਹਿਫੂਜ਼ ਰੱਖਣ ਵਾਸਤੇ ਦਿੱਤੀ ਜਾਂਦੀ ਹੈ। ਲੇਕਿਨ ਈਮਾਨ ਉਸ ਤੋਂ ਜ਼ਿਆਦਾ ਮਜ਼ਬੂਤ ਹੋਣਾ ਚਾਹੀਦਾ ਔਰ ਈਮਾਨ ਰੱਖਿਆ ਬਗੈਰ ਨਾ ਤੇ ਦੁਆ ਦਾ ਕੋਈ ਫਾਇਦਾ ਹੈ, ਨਾ ਹੀ ਗਾਣ ਦਾ ਕੋਈ ਫਾਇਦਾ ਹੈ ਉਹਦੇ ਸਨਾ ਨੂੰ, ਨਾ ਹੀ ਕੁਛ ਵੀ ਕਰਨ ਦਾ ਫਾਇਦਾ ਨਹੀਂ ਜੇ ਈਮਾਨ ਹੀ ਨਹੀਂ। ਜੇ ਈਮਾਨ ਹੈ ਤੇ ਹਰ ਚੀਜ਼ ਦੇ ਅੰਦਰ ਉਹਦਾ ਰੰਗ ਭਰਿਆ ਜਾਂਦਾ ਹੈ, ਉਹਦੇ ਚ ਖੌਫ ਜਾਂਦਾ ਰਹਿੰਦਾ ਹੈ, ਕਿਉਂਕਿ ਈਮਾਨ ਜਿਹੜਾ ਉਹ ਜਾਨ ਨੂੰ ਮਜ਼ਬੂਤ ਕਰਦਾ ਹੈ, ਰੂਹ ਨੂੰ ਮਜ਼ਬੂਤ ਕਰਦਾ ਹੈ। ਤੇ ਇਹ ਮੇਰੀ ਸੋਚ ਹੈ ਇਸ ਚੀਜ਼ ਦੇ ਬਾਰੇ ਚ ਕਿ मसीह ने हमेशा तो इस चीज पे जोर देता कि हर वक्त दुआ करते रहना और हिम्मत ना हारना चाहिए। ये चीज और ईमान दे उत्ते उन्होंने कीता ते इस वास्ते ਉਹਦੇ ਨਾਲ ਬੰਦੇ ਦਾ ਖੌਫ ਜਿਹੜਾ ਉਹਦੇ ਤੇ ਅਬੂਰ ਆ ਜਾਂਦਾ। ਤੇ ਹੁਣ ਮੈਂ ਜ਼ਬੂਰ 27 ਦਾ ਆਖਰੀ ਹਿੱਸਾ ਜਿਹੜਾ ਤੀਸਰਾ ਹਿੱਸਾ ਹੈ ਬੇਸਿਕਲੀ ਉਹਦੇ ਕੁਝ आयतां तू गा के सुनावांगा। दी खूबसूरत धुन है। मैं उच्ची दित्ती या रब्बा, मैं उच्ची दित्ती या रब्बा, पुकारांगा जदों तैनू, तू सुन मेरी ते रहमत कर, दुआ दा उत्तर दे मैनू, दुआ दा उत्तर दे मैनू। मैं उच्ची दित्ती या रब्बा, मैं उच्ची दित्ती, तुसी चेहरा मेरा, तुसी चेहरा मेरा ढूंढो, तुसी चेहरा मेरा ढूंढो, जदों फरमाया सी ए तू, मैं बोलिया तद मैं ढूंढांगा खुदाया तेरे चेहरे नू। मैं उच्ची दित्ती या रब्बा, मैं उच्ची दित्ती, तू होया मेरा मददगार, लुकाना अपना मुंह मैथों, न धक्का दे के मैनू कड, जो मदद नहीं बिन तैथों, जो मदद नहीं बिन तैथों। मैं उच्ची दित्ती या रब्बा, पुकारांगा जदों तैनू, तू सुन मेरी ते रहमत कर, दुआ दा उत्तर दे मैनू। और अच्छा जी, बहुत खूबसूरत ज़बूर दी धुन है। और ਅਸੀਂ ਗੁਜ਼ਾਰਿਸ਼ ਕਰਾਂਗੇ ਆਪਣਾ ਭਾਈ ਚੌਹਾਨ ਸਾਹਿਬ ਨੂੰ ਕਿ ਜਿੰਨੀ ਜਲਦੀ ਹੋ ਸਕੇ ਇਹਨੂੰ ਪ੍ਰੋਪਰ ਰਿਕਾਰਡ ਕਰਕੇ ਸਾਡੇ ਨਾਲ ਸ਼ੇਅਰ ਕਰਨ ਤਾਂ ਕਿ ਅਸੀਂ ਵੀ ਰਲ ਕੇ ਬਾਕੀ ਲੋਕਾਂ ਨਾਲ ਗਾ ਸਕੀਏ ਕਿ ਮੈਂ ਉੱਚੀ ਦਿੱਤੀ ਯਾ ਰੱਬਾ ਪੁਕਾਰਾਂਗਾ ਮੈਂ ਜਦ ਤੈਨੂੰ। ਸੋ ਮੇਰੇ ਅਜ਼ੀਜ਼ੋ, ਖੁਦਾ ਦੇ ਕਲਾਮ ਨੂੰ ਪੜ੍ਹਦੇ ਰਹੋ, ਗਾਉਂਦੇ ਰਹੋ। ਅਸਾਂ ਅੱਜ ਸਿੱਖਿਆ ਵੇ ਜ਼ਬੂਰ ਨਵੀਸ ਦੇ ਵਸੀਲੇ ਨਾਲ ਕਿ ਅਸੀਂ ਖੁਦਾ ਦੇ ਤੇ ਹੋਪ ਉਮੀਦ ਰੱਖੀਏ ਭਾਵੇਂ ਸਾਡੇ ਹਾਰਡ ਟਾਈਮਸ ਨੇ, and we should have trust in a troubled time also। ਖੁਦਾਵੰਦ ਸਾਨੂੰ ਸਾਰਿਆਂ ਨੂੰ ਆਪਣੇ ਕਲਾਮ ਦੇ ਵਿੱਚ, ਆਪਣੇ ਨਾਂ ਦੇ ਵਿੱਚ, ਆਪਣੀ ਬੰਦਗੀ, ਆਪਣੀ ਪ੍ਰੇਅਰ ਔਰ ਆਪਣੀ ਪ੍ਰਾਰਥਨਾ ਦੇ ਵਿੱਚ ਬਰਨ ਦੀ ਤੌਫੀਕ ਬਖਸ਼ੇ। ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। Until we meet next week, God bless you all. Thank you. God bless you.